12 ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਅਸਨ ਪ੍ਰੇਮ ਮਾੜਾ ਕਿਉ ਮਿਲਿਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਨ ਮਿਲਾਵੇ ਮਾਏ। ਅਸਨ ਪ੍ਰੇਮ ਮਾੜਾ ਕਿਉ ਮਿਲਿਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਨ ਮਿਲਾਵੇ ਮਾਏ। ਇਹ 12 ਮਹਾ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ ਕਿ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਿਲਾਵੇ ਮਾਏ। ਅਸੁਦ ਮਹੀਨੇ ਦਾ ਭਾਵ ਹੈ ਮਨੁੱਖਾ ਜਨਮ, ਕਿ ਸਾਨੂੰ ਉਸ ਮਾਲਕ ਨੂੰ ਮਿਲਣ ਦੀ ਬਹੁਤ ਪਿਆਸ ਆ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਕਿਸ ਤਰ੍ਹਾਂ ਉਸ ਮਾਲਕ ਨੂੰ ਮਿਲਿਆ ਜਾਵੇ? ਕਿਆ ਸਾਨੂੰ ਉਹ ਮਾਲਕ ਬਣਾ ਵਿੱਚੋਂ ਮਿਲੇਗਾ, ਜੰਗਲਾਂ ਵਿੱਚੋਂ ਮਿਲੇਗਾ, ਦਰਿਆਵਾਂ ਵਿੱਚੋਂ ਮਿਲੇਗਾ? ਕੌਣ ਸਾਨੂੰ ਉਸ ਮਾਲਕ ਦੇ ਨਾਲ ਮਿਲਾਏਗਾ? ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਕਿਸ ਤਰ੍ਹਾਂ ਮਿਲਿਆ ਜਾਵੇ ਉਸ ਮਾਲਕ ਨੂੰ? ਨੌਵੀਂ ਪਾਤਸ਼ਾਹ ਦੀ ਬਾਣੀ ਹੈ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਲੇਪਾ ਤੋਰੇ ਸੰਗ ਸਮਾਈ। ਪੁਹਪ ਮਦੇ ਜਿਉ ਬਾਸ ਬਸਤ ਹੈ ਮੁੱਕਰ ਮਾਹੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਉਸ ਮਾਲਕ ਨੂੰ ਲੱਭਣ ਵਾਸਤੇ ਸਾਨੂੰ ਘਰ-ਬਾਰ ਛੱਡਣ ਦੀ ਲੋੜ ਨਹੀਂ। ਸਾਨੂੰ ਕਿਤੇ ਇਸ਼ਨਾਨ ਕਰਨ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ। ਸਾਨੂੰ ਉਹ ਮਾਲਕ ਸਾਡੇ ਸਰੀਰ ਦੇ ਅੰਦਰ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਹੁਤ ਸੁੰਦਰ ਲਿਖਿਆ, ਕਿਉਂ ਉਸ ਮਾਲਕ ਨੂੰ ਤੂੰ ਬਾਹਰ ਲੱਭਦਾ ਫਿਰਦਾ, ਕਿਉਂ ਜੰਗਲਾਂ ਪਹਾੜਾਂ ਨੂੰ ਜਾ ਰਿਹਾ? ਉਹ ਮਾਲਕ ਤੇਰੇ ਅੰਦਰ ਬੈਠਾ ਹੋਇਆ ਹੈ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ, ਸਾਰਿਆਂ 'ਚ ਨਿਵਾਸ ਕਰਨ ਵਾਲਾ, ਸਰਬ ਨਿਵਾਸੀ ਸਦਾ ਅਲੇਪਾ, ਸਦਾ ਅਲੇਪ ਹੈ। ਤੋਰੇ ਸੰਗ ਸਮਾਈ, ਸਾਡੇ ਅੰਦਰ ਬੈਠਾ ਹੋਇਆ ਲੇਕਿਨ ਨਜ਼ਰ ਨਹੀਂ ਆ ਰਿਹਾ। ਸਵਾਲ ਪੈਦਾ ਹੋਇਆ, ਜੇ ਅੰਦਰ ਬੈਠਾ ਸਾਨੂੰ ਨਜ਼ਰ ਕਿਉਂ ਨਹੀਂ ਆ ਰਿਹਾ? ਗੁਰੂ ਸਾਹਿਬ ਜੀ ਇਸ ਤੁਕ ਦਾ ਜਵਾਬ ਅਗਲੀ ਤੁਕ ਦੇ ਰਹੇ ਨੇ। ਪੁਹਪ ਮਦੇ ਜੋ ਬਾਸ ਬਸਤ ਹੈ ਮੁੱਕਰ ਮਾਹੇ ਛਾਈ। ਫੁੱਲ ਦੇ ਵਿੱਚ ਬਾਸ਼ਨਾ ਹੁੰਦੀ ਹੈ, ਨਜ਼ਰ ਨਹੀਂ ਆਉਂਦੀ ਲੇਕਿਨ ਬਾਸ਼ਨਾ ਆ ਰਹੀ, ਬਾਸ਼ਨਾ ਹੈ। ਇਸ ਤਰ੍ਹਾਂ ਉਹ ਮਾਲਕ ਸਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ। ਗੁਰੂ ਸਾਹਿਬ ਜੀ ਇੱਕ ਫੁੱਲ ਦੀ ਮਿਸਾਲ ਦੇ ਕੇ ਸਮਝਾ ਰਹੇ ਨੇ ਕਿ ਪੁਹਪ ਮਦੇ ਜੋ ਬਾਸ ਬਸਤ ਹੈ ਮੁੱਕਰ ਮਾਹੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਉਹ ਮਾਲਕ ਸਾਡੇ ਅੰਦਰ ਬਸਦਾ ਹੈ। ਕਿੱਥੇ ਲੱਭਦੇ ਫਿਰਦੇ ਅਸੀਂ? ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ। ਪੰਜਵੀਂ ਪਾਤਸ਼ਾਹ ਦਾ ਆਪਣੇ ਸਤਿਗੁਰਾਂ ਨਾਲ ਇਤਨਾ ਪਿਆਰ ਸੀ, ਹਾਲਾਂ ਸਭ ਕੁਝ ਮਿਲ ਵੀ ਚੁੱਕਾ ਸੀ ਉਹਨਾਂ ਨੂੰ। ਫਿਰ ਉਹਨਾਂ ਨੇ ਬਾਣੀਆਂ ਲਿਖੀਆਂ ਨੇ, ਅੰਦਰ ਇਤਨਾ ਪਿਆਰ ਸੀ ਉਹਨਾਂ ਦਾ। ਜਦੋਂ ਥੋੜ੍ਹੇ ਚਿਰ ਵਾਸਤੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਸੀ ਸਹਾਰੀ ਮਲ ਦੀ ਲੜਕੇ ਦੀ ਸ਼ਾਦੀ 'ਤੇ ਜਾਣ ਵਾਸਤੇ, ਔਰ ਨਾਲ ਹੀ ਕਿਹਾ ਸੀ ਗੁਰੂ ਸਾਹਿਬ ਨੇ ਵੀ ਜਿਤਨੇ ਚਿਰ ਮੈਂ ਬੁਲਾਵਾਂ ਨਾ ਤੂੰ ਆਉਣਾ ਨਹੀਂ। ਉਸ ਸਮੇਂ ਦੌਰਾਨ ਜੋ ਉਹਨਾਂ ਨੇ ਸਤਿਗੁਰੂ ਦੇ ਪਿਆਰ ਵਿੱਚ ਚਿੱਠੀਆਂ ਲਿਖੀਆਂ ਨੇ, ਕਿਤਨੇ ਬੈਰਾਗ ਦੀਆਂ ਚਿੱਠੀਆਂ ਨਾ। ਉਹ ਗੁਰਮੁਖਾਂ ਨੇ ਆਪਣੇ ਸਤਿਗੁਰੂ ਦੇ ਨਾਲ ਇਤਨਾ ਪਿਆਰ ਹੁੰਦਾ ਉਹਨਾਂ ਦਾ, ਇੱਕ ਦੂਸਰੇ ਤੋਂ ਦੂਰ ਰਹਿ ਨਹੀਂ ਸਕਦੇ। ਇੱਕ ਖਿੰਨ ਪਿਆਰਾ ਵਿਸਰੇ ਤੋਂ ਜਾਨੂ ਬਰਸ 50। ਮਾਲਕ ਇੱਕ ਖਿੰਨ ਨੂੰ ਵਿਸਰ ਜਾਂਦਾ ਸਾਡੇ ਕੋਲੋਂ। ਸਾਨੂੰ ਇਸ ਤਰ੍ਹਾਂ ਲੱਗਦਾ ਸਾਡੇ 50 ਸਾਲ ਲੰਘ ਗਏ ਆ, ਲੇਕਿਨ ਸਾਡੇ 50 ਸਾਲ ਲੰਘ ਗਏ, ਅਸੀਂ ਕਦੀ ਉਸ ਮਾਲਕ ਨੂੰ ਯਾਦ ਨਹੀਂ ਕੀਤਾ। ਗੁਰੂ ਸਾਹਿਬ ਜੀ ਅਸੁਦ ਮਹੀਨੇ 'ਚ ਬਹੁਤ ਪਿਆਰ ਦੇ ਨਾਲ ਸਮਝਾ ਰਹੇ ਨੇ ਕਿ ਅਸੁਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਖਣੀ ਕੋਈ ਆਨ ਮਿਲਾਵੇ ਪਾਏ। ਕੋਈ ਹੋਵੇ ਮੇਰੇ ਸਤਿਗੁਰੂ ਨੂੰ ਮਿਲਾ ਦਵੇ। ਚੌਥੀ ਪਾਤਸ਼ਾਹ ਨੇ ਬਹੁਤ ਸੁੰਦਰ ਲਿਖਿਆ, ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ। हाँ तिस पे आप बिछाई
ਕੋਈ ਹੋਵੇ ਮੇਰੇ ਪ੍ਰੀਤਮ ਨੂੰ, ਮੇਰੇ ਮਾਲਕ ਨੂੰ ਮੈਨੂੰ ਮਿਲਾ ਦੇਵੇ, ਸਤਿਗੁਰਾਂ ਦੇ ਨਾਲ ਮਿਲਾ ਦੇਵੇ, ਮੈਂ ਆਪਣੇ ਆਪ ਨੂੰ ਉਸ ਤੋਂ ਵੇਚ ਦਿਆਂਗਾ। ਪਰ ਕਿਸ ਵਾਸਤੇ ਵੇਚਦੇ ਹਾਂ? ਦਰਸ਼ਨ ਹਰ ਦੇਖਣ ਕੇ ਤਾਈ। ਇੱਕ ਦਰਸ਼ਨਾਂ ਦੀ ਪਿਆਸ ਹੈ, ਦੇਖਣ ਵਾਸਤੇ ਉਹਨਾਂ ਦੀ। ਚੌਥੀ ਪਾਤਸ਼ਾਹ ਦਾ ਆਪਣੇ ਸਤਿਗੁਰਾਂ ਨਾਲ ਦੇਖੀਏ ਕਿਤਨਾ ਪਿਆਰ ਸੀ ਉਹਨਾਂ ਦਾ। ਜੋ ਹੁਕਮ ਹੋਇਆ ਉਹ ਗੁਰੂ ਸਾਹਿਬ ਨੇ ਕੀਤਾ। ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਜਦੋਂ ਗੁਰੂ ਮਹਾਰਾਜ ਨੇ ਹੁਕਮ ਦਿੱਤਾ ਸੀ ਕਿ ਜਾਓ ਸਾਰੇ ਚੌਂਤਰੇ ਬਣਾਓ, ਕੋਈ ਇੱਕ ਵਾਰ ਬਣਾ ਕੇ ਹਟ ਗਿਆ, ਕੋਈ 2 ਵਾਰ ਬਣਾ ਕੇ ਹਟ ਗਿਆ, ਕੋਈ 4 ਵਾਰ ਬਣਾ ਕੇ ਹਟ ਗਿਆ। ਗੁਰੂ ਸਾਹਿਬ ਨੇ ਸ਼ਾਮ ਨੂੰ ਆਉਣਾ, ਕਹਿਣਾ ਇਹ ਚੰਗੇ ਨਹੀਂ, ਢਾ ਦਿਓ, ਇਹ ਮਿੱਟੀ ਬਦਲ ਦਿਓ, ਇਹ ਜਗ੍ਹਾ ਬਦਲ ਲਓ। ਅੱਜ ਕਿਸੇ ਦੇ ਕੰਮ ਨੂੰ 1-2 ਵਾਰ ਅਨਫਿਟ ਕੀਤਾ ਜਾਵੇ ਤੇ ਉਹ ਗੁੱਸਾ ਕਰ ਲੈਂਦਾ ਹੈ ਕਿ ਮੇਰੇ ਕੰਮ ਨੂੰ ਗਲਤ ਕਿਹਾ ਹੈ। ਲੇਕਿਨ ਸੰਗਤ ਹੌਲੀ ਹੌਲੀ ਸਾਰੀ ਹਟ ਗਈ। ਬਹੁਤ ਸਮਝਾਇਆ ਸੰਗਤ ਨੇ ਕਿ ਗੁਰੂ ਸਾਹਿਬ ਦੀ ਉਮਰ 100 ਸਾਲ ਦੇ ਕਰੀਬ ਹੈ। 17 ਸਾਲਾ ਇਨਸਾਨ 17-32 ਹੋ ਜਾਂਦਾ ਹੈ। ਸਾਰੇ ਹਟ ਗਏ ਆ, ਤੂੰ ਵੀ ਹਟ ਜਾ। ਇਹ ਕੋਈ ਕੰਮ ਥੋੜ੍ਹੇ ਹੈ, ਤੁਸੀਂ ਚੌਂਤਰੇ ਬਣਾਉਂਦੇ ਰਹਿੰਦੇ ਹੋ, ਗੁਰੂ ਸਾਹਿਬ ਜੀ ਆਉਂਦੇ ਸ਼ਾਮ ਨੂੰ ਢਾ ਦਿੰਦੇ ਆ। ਉਸ ਵੇਲੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ ਕਿ ਜੋ ਕੁਛ ਕਹਿਣਾ ਤੁਸੀਂ ਮੈਨੂੰ ਕਹੋ, ਮੇਰੇ ਸਤਿਗੁਰਾਂ ਨੂੰ ਕੁਛ ਨਾ ਕਹੋ। ਸਾਰੀ ਦੁਨੀਆ ਨੂੰ ਅਕਲਾਂ ਦੇਣ ਵਾਲੇ ਨੇ, ਉਹ ਸਜਾਖੇ ਨੇ। ਅਗਰ ਗੁਰੂ ਸਾਹਿਬ ਜੀ ਕਹਿਣ ਕਿ ਸਾਰੀ ਉਮਰ ਚੌਂਤਰੇ ਬਣਾਣੇ ਹੈ ਤਾਂ ਰਾਮਦਾਸ ਬਣਾਉਂਦਾ ਰਹੇਗਾ। ਸੋ ਇਹ ਸਤਿਗੁਰਾਂ ਦਾ ਪਿਆਰ ਸੀ ਆਪਣੇ ਗੁਰੂ ਦੇ ਨਾਲ। ਔਰ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ ਕਿ ਅੰਦਰ ਸਾਡੇ ਪਿਆਰ ਵੀ ਹੈ ਮਾਲਕ ਨੂੰ ਮਿਲਣ ਦੀ, ਲੇਕਿਨ ਕਿਸ ਤਰ੍ਹਾਂ ਮਿਲ ਸਕਦੇ, ਕੌਣ ਸਾਨੂੰ ਮਿਲਾਏਗਾ? ਅਗਲੀ ਤੁਕ 'ਚ ਗੁਰੂ ਸਾਹਿਬ ਜੀ ਇਸ ਦਾ ਜਵਾਬ ਦੇਣਗੇ। ਹਾਂਜੀ। ਅਸਲ ਪ੍ਰੇਮ ਮਾਣਾ ਕਿਉਂ ਮਿਲਿਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਗਣੀ, ਕੋਈ ਆਨ ਮਿਲਾਵੇ ਮਾਏ, संत साई प्रेम के हो तिनके लागा पाए, बिन प्रभ क्यों सुख पाइए, दूजी नहीं जाए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਸੰਤ ਸਹਾਈ ਪ੍ਰੇਮ ਕੇ ਹਉ ਤਿਨਕੇ ਲਾਗਾ ਪਾਏ, ਬਿਨ ਪ੍ਰਭ ਸੁਖ ਕਿਉਂ ਪਾਈਏ, ਦੂਜੀ ਨਾਹੀ ਜਾਏ। ਸੰਤਾਂ ਦੀ ਮਹਿਮਾ ਬਾਣੀਆਂ ਵਿੱਚ ਬਾਰ-ਬਾਰ ਜਗ੍ਹਾ ਆ ਰਹੀ ਹੈ। ਸੰਤ ਬਹੁਤ ਸਾਰੇ ਨੇ, ਲੇਕਿਨ ਨਾਮ ਦੀ ਕਮਾਈ ਵਾਲੇ ਸੰਤ ਮਹਾਂਪੁਰਸ਼ ਕੋਈ ਬਿਰਲੇ ਬਿਰਲੇ ਨੇ। ਸ਼ਿਹੋਂ ਕੇ ਲੌਂਡੇ ਨਾ ਫਿਰੇ ਹੰਸੋਂ ਕੀ ਨੀ ਪਾਂਤ, ਲਾਲੋਂ ਕੀ ਨੀ ਬੋਰੀਆਂ ਸਾਧ ਨਾ ਚੱਲੇ ਜਮਾਤ, ਗੁਰ ਕਾ ਸਿੱਖ ਇੱਕ ਅੱਧਾ ਔਰ ਸਗਲ ਬਿਹਾਰੀ। ਜਦੋਂ ਪਰਖ ਹੁੰਦੀ ਹੈ ਤਾਂ ਕੋਈ ਬਿਰਲੇ ਬਿਰਲੇ ਹੀ ਪਾਸ ਹੁੰਦੇ ਆ, ਨਹੀਂ ਤਾਂ ਫੇਲ ਹੋ ਜਾਂਦੇ ਆ। ਜਦੋਂ ਗੁਰੂ ਸਾਹਿਬ ਜੀ ਚੌਥੀ ਪਾਤਸ਼ਾਹੀ ਦੀ ਪਰਖ ਹੋਈ ਸੀ ਤੇ ਇਕੱਲੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨਿਕਲੇ ਸੀ। ਕੌਣ ਨਿਕਲਿਆ ਸੀ? ਬਹੁਤ ਸਾਰੀ ਸੰਗਤ ਸੀ। ਜਦੋਂ ਉਹਨਾਂ ਨੇ ਪਰਖ ਕੀਤੀ ਹੈ ਪੰਜਵੀਂ ਪਾਤਸ਼ਾਹੀ ਨੇ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਕਲੇ ਸੀ। ਬਹੁਤ ਸਾਰੀ ਸੰਗਤ ਸੀ। ਕਿੰਨੇ ਹੁਕਮ ਮੰਨਿਆ ਸੀ ਪੰਜਵੀਂ ਪਾਤਸ਼ਾਹੀ ਨੇ। ਇਹ ਜੋ ਦਾਤ ਹੈ ਸੰਤਾਂ ਦੇ ਹੱਥ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਬਿਨ ਪ੍ਰਭ ਸੁਖ ਕਿਉਂ ਪਾਈਏ, ਦੂਜੀ ਨਹੀਂ ਜਾਏ। ਪ੍ਰਭੂ ਕਿਸ ਨੂੰ ਕਿਹਾ? ਉਹਨਾਂ ਨੇ ਆਪਣੇ ਸਤਿਗੁਰੂ ਨੂੰ ਕਿਹਾ ਹੈ। ਜਦੋਂ ਸਤਿਗੁਰੂ ਮਿਲੇ ਫਿਰ ਸਾਰੇ ਹੀ ਸੁੱਖ ਮਿਲ ਗਏ ਉਹਨਾਂ ਨੂੰ। ਜੋ ਚਿੰਤਾ ਸੀ ਸਾਡੇ ਅੰਦਰ, ਜੋ ਗੈਰ ਚੀਜ਼ਾਂ ਸੀ ਉਹ ਨਿਕਲ ਗਈਆਂ ਅੰਦਰੋਂ ਤੇ ਸੁੱਖ ਹੋ ਗਿਆ। ਜਿਤਨਾ ਚਿਰ ਸਾਡਾ ਸਤਿਗੁਰੂ ਤੇ ਵਿਸ਼ਵਾਸ ਨਹੀਂ, ਆਪਣੇ ਮੁਰਸ਼ਦ ਦੇ, ਆਪਣੇ ਪੀਰ ਤੇ ਵਿਸ਼ਵਾਸ ਨਹੀਂ, ਔਰ ਬੰਦਗੀ ਵੀ ਕਰਦੇ ਹਾਂ ਅਸੀਂ, ਤਾਂ ਸਾਡੀ ਬੰਦਗੀ ਵੀ ਕਿਸੇ ਕੰਮ ਦੀ ਨਹੀਂ ਹੈ। ਜਿਨ੍ਹਾਂ ਨੇ ਆਪਣੇ ਸਤਿਗੁਰੂ ਦੇ ਹਰ ਬਚਨਾਂ ਤੇ ਵਿਸ਼ਵਾਸ ਕੀਤਾ, ਜੋ ਉਹਨਾਂ ਹੁਕਮ ਦਿੱਤਾ ਉਹ ਮੰਨਿਆ, ਅੱਜ ਉਹਨਾਂ ਗੁਰਮੁਖਾਂ ਦਾ ਦੁਨੀਆ ਵਿੱਚ ਨਾਂ ਹੈ। ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਬਿਨ ਪ੍ਰਭ ਸੁਖ ਕਿਉਂ ਪਾਈ, ਦੂਜੀ ਨਹੀਂ ਜਾਏ। ਇੱਕ ਕਿਸ ਨੂੰ ਕਿਹਾ ਹੈ? ਇੱਕ ਸ਼ਬਦ ਹੈ, ਦੂਜੀ ਮਾਇਆ ਹੈ। ਮਾਇਆ ਦੇ ਵਿੱਚ ਸੁੱਖ ਨਹੀਂ। ਸੁੱਖ ਜਦੋਂ ਵੀ ਮਿਲੇਗਾ ਨਾਮ ਵਿੱਚੋਂ ਮਿਲੇਗਾ, ਬੰਦਗੀ ਵਿੱਚੋਂ ਮਿਲੇਗਾ। ਸਾਰੀ ਦੁਨੀਆ ਅਸੀਂ ਸੁੱਖ ਲੱਭ ਰਹੇ ਹਾਂ, ਲੇਕਿਨ ਸੁੱਖ ਕਿਤੇ ਬੈਠਾ ਹੈ, ਅਸੀਂ ਕੰਮ ਕੋਈ ਹੋਰ ਕਰ ਰਹੇ ਹਾਂ, ਦੁੱਖਾਂ ਵਾਲੇ ਕੰਮ ਕਰ ਰਹੇ ਹਾਂ। ਸੁੱਖ ਸਾਨੂੰ ਕਿੱਥੇ ਮਿਲ ਜਾਏਗਾ? ਕਿਕਰਾਂ ਦੀਆਂ ਕਿਆਰੀਆਂ ਬੀਜ ਕੇ
ਅਸੀਂ ਫਲ ਫਰੂਟ ਨਹੀਂ ਖਾ ਸਕਦੇ, ਮਾੜੇ ਕਰਮ ਕਰਕੇ ਅਸੀਂ ਸੁੱਖ ਨਹੀਂ ਲੈ ਸਕਦੇ। ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਬਿਨ ਪ੍ਰਭ ਸੁਖ ਕਿਉਂ ਪਾਈ, ਦੂਜੀ ਨਹੀਂ ਜਾਏ। ਦੂਜੀ ਨਿਕਲ ਚੁੱਕੀ ਸੀ ਉਹਨਾਂ ਵਿੱਚੋਂ, ਇੱਕ ਸ਼ਬਦ ਆ ਚੁੱਕਾ ਸੀ। ਸ਼ਬਦ ਕਹਿ ਲਓ, ਨਾਮ ਕਹਿ ਲਓ, ਉਸ ਨੂੰ ਕਲਮਾ ਕਹਿ ਲਓ, ਬਾਂਗੇ ਸਮਾਨੀ ਕਹਿ ਲਓ, ਉਸ ਨੂੰ ਧੁਰ ਕੀ ਬਾਣੀ ਕਹਿ ਲਓ, ਉਹ ਉਹਨਾਂ ਦੇ ਅੰਦਰ ਆ ਚੁੱਕੀ। ਫਿਰ ਗੁਰੂ ਸਾਹਿਬ ਨੇ ਇਹ ਬਾਣੀਆਂ ਲਿਖੀਆਂ ਹੈ। ਹਾਂਜੀ। संत साई प्रेम के और तिनके लगा पाए, बिन प्रभ को सुख पाइए, दूजी नहीं जाए। जिनी चाख्या प्रेम रस से तृप्त रहे आप त्याग बेनती करें, ले प्रभु लड़ लाए। गुरु साहब जी बड़े प्यार दे नाल फरमा रहे ने, जिनी चाख्या प्रेम रस से तृप्त रहे अकाए। जिन्हां गुरमुखां ने उस रस नूं चख लिया, हरि रस कह लो, हरि कीर्तन कह लो, उसनूं नाम कह लो, शब्द कह लो, एक ही बात है। ਅਸੀਂ ਸਾਰੀ ਦੁਨੀਆ ਹੀ ਤ੍ਰਿਪਤ ਹੋਣਾ ਚਾਹੁੰਦੇ ਹਾਂ, ਲੇਕਿਨ ਜਿਸ ਤਰ੍ਹਾਂ ਅਸੀਂ ਉਸ ਤ੍ਰਿਪਤਾ ਨੂੰ ਲੈਣਾ ਚਾਹੁੰਦੇ ਹਾਂ, ਉੱਥੇ ਤ੍ਰਿਪਤਾ ਹੈ ਨਹੀਂ। ਧੀਆਂ ਪੁੱਤਰਾਂ ਦੇ ਵਿੱਚ ਜਾ ਕੇ ਤ੍ਰਿਪਤਾ ਨਹੀਂ, ਕਾਰੋਬਾਰ ਦੇ ਵਿੱਚ ਤ੍ਰਿਪਤਾ ਨਹੀਂ, ਹੋਰ ਕੋਈ ਬਿਜ਼ਨਸ ਵਿੱਚ ਤ੍ਰਿਪਤਾ ਨਹੀਂ। ਸਾਡੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਤ੍ਰਿਪਤਾ ਹੈ ਤਾਂ ਨਾਮ ਦੇ ਵਿੱਚ। ਬਿਨ ਪ੍ਰਭ ਸੁਖ ਕਿਉਂ ਪਾਈਏ, ਦੂਜੀ ਨਹੀਂ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਖਾਏ। ਜਿਹੜੇ ਬੰਦਗੀ ਕਰਦੇ ਨੇ ਮਹਾਂਪੁਰਸ਼ ਔਰ ਨਾਮ ਦਾ ਰਸ ਲੈਂਦੇ ਨੇ, ਉਹਨਾਂ ਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ। ਇੱਕ ਤੇਰਾ ਪਿਆਰ ਸਾਨੂੰ ਮਿਲਿਆ ਸੀ, ਦੁਨੀਆ ਤੋਂ ਹੋਰ ਕੀ ਲੈਣਾ। ਉਹਨਾਂ ਦਾ ਪਿਆਰ, ਸੰਤਾਂ ਦਾ ਪਿਆਰ, ਉਹਦੇ ਵਿੱਚ ਸੰਤ ਝੜਕ ਵਿੱਚ ਵੀ ਦਾਤ ਹੈ ਔਰ ਦੁਨੀਆਦਾਰ ਦੇ ਪਿਆਰ ਵਿੱਚ ਵੀ ਘਾਤ ਹੈ। ਸੰਤ ਮਹਾਂਪੁਰਸ਼ ਅਗਰ ਸਾਡੀ ਗਲਤੀ ਤੋਂ ਕੋਈ ਸਾਨੂੰ ਗੁੱਸੇ ਹੁੰਦੇ ਹੈ ਤਾਂ ਉਹ ਵੀ ਸਾਨੂੰ ਉਹਦੇ ਵਿੱਚ ਦਾਤ ਦਿੰਦੇ, ਕੁਛ ਦਾਤ ਬਖਸ਼ਿਸ਼ ਕਰ ਰਹੇ ਨੇ। ਦੁਨੀਆ ਵਾਲੇ ਸਾਨੂੰ ਬਹੁਤ ਪਿਆਰ ਕਰਨਗੇ ਤਾਂ ਸਮਝ ਲਓ ਉਹਦੇ ਵਿੱਚ ਘਾਤ ਹੈ, ਤੇਰੇ ਨਾਲ ਧੋਖਾ ਹੋਣ ਵਾਲਾ ਹੈ। ਉਹ ਤ੍ਰਿਪਤਾ ਜਿਹੜੀ ਮੈਂ ਦੱਸ ਰਿਹਾ, ਇਹ ਹੈ ਨਾਮ ਦੇ ਵਿੱਚ ਹੈ, ਬੰਦਗੀ ਦੇ ਵਿੱਚ ਹੈ। ਜਿਹਨਾਂ ਗੁਰਮੁਖਾਂ ਨੂੰ ਤ੍ਰਿਪਤਾ ਮਿਲੀ ਹੈ, ਅਸੀਂ ਉਹਨਾਂ ਦੀਆਂ ਬਾਣੀਆਂ ਪੜ੍ਹ ਰਹੇ। ਗੁਰੂ ਸਾਹਿਬ ਜੀ ਆਪਣੇ ਤਜਰਬੇ ਬਿਆਨ ਕਰ ਰਿਹਾ। ਇਸ ਤਰ੍ਹਾਂ ਲੱਗਦਾ ਹੈ ਜਦੋਂ ਮਹਾਂਪੁਰਸ਼ਾਂ ਦੀਆਂ ਬਾਣੀਆਂ ਪੜ੍ਹਦੇ ਹਾਂ ਕਿ ਜਿਸ ਤਰ੍ਹਾਂ ਆਪਣੀ ਉਹ ਹੱਡ ਬੀਤੀ ਜਾਂ ਜੋ ਆਪਣੀ ਵਿਵਸਥਾ ਦੱਸ ਰਹੇ ਨੇ, ਜਿਸ ਤਰ੍ਹਾਂ ਗੁਰੂ ਸਾਹਿਬ ਨੂੰ ਤ੍ਰਿਪਤਾ ਮਿਲੀ ਸੀ, ਉਸ ਤਰ੍ਹਾਂ ਹੀ ਗੁਰੂ ਸਾਹਿਬ ਜੀ ਫਰਮਾ ਰਹੇ ਨੇ। ਹਾਂਜੀ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ, आप त्याग बेनती करें, ले प्रभु लड़ लाए। हालांकि तृप्ता अंदर आ भी चुकी सी, फिर देखो फरियाद कर रहे ने, आप त्याग बेनती करे, लियो प्रभु लड़ लाए। देखो सतगुਰਾਂ ਨੂੰ प्रभु भी किया, उन्होंने गुसाई भी किया, प्यार ਦੇ ਨਾਲ ਰਾਮ भी किया उसनों कि मालिक ਅਸੀਂ ਸਾਡੀ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਹੈ, ਤੇਰੇ ਚਰਨਾਂ ਤੋਂ ਅਸੀਂ ਦੂਰ ਨਾ ਹੋ ਜਾਈਏ। ਸਿੱਖ ਔਰ ਸਤਿਗੁਰੂ ਦਾ ਜੋ ਵਿਛੋੜਾ ਹੈ, ਇਹ ਇੱਕ ਮਰਨ ਦੇ ਸਮਾਨ ਕਹਿ ਲਓ ਇਸ ਨੂੰ, ਕਿ ਜਦੋਂ ਕੋਈ ਸਿੱਖ ਦਾ ਗੁਰੂ ਚਲਾ ਜਾਂਦਾ ਦੁਨੀਆ ਤੋਂ, ਉਹਦੀ ਇੱਕਦਮ ਮੌਤ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਆਪ ਤਿਆਗ ਬੇਨਤੀ ਕਰੇ, ਲਿਓ ਪ੍ਰਭੂ ਲੜ ਲਾਏ। ਮਾਲਕ ਤੇਰੇ ਚਰਨਾਂ ਦਾ ਪਿਆਰ ਚਾਹੀਦਾ ਸਾਨੂੰ, ਹੋਰ ਸਾਨੂੰ ਦੁਨੀਆ ਦੀ ਕੋਈ ਚੀਜ਼ ਨਹੀਂ ਮੰਗੀ ਉਹਨਾਂ ਨੇ। ਹਾਂਜੀ। ਜੋ ਹਰ ਕੰਤ ਮਿਲਾ ਸੇ ਵਿਛੜ ਕਤੂ ਨਾ ਜਾਏ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ।
ਜਿਨ੍ਹਾਂ ਨੇ ਸਤਿਗੁਰਾਂ ਨੇ ਆਪ ਜੀਵਾਂ ਨੂੰ ਨਾਲ ਜੋੜ ਲਿਆ, ਜਿਨ੍ਹਾਂ ਦਾ ਪਿਆਰ ਆਪਣੇ ਸਤਿਗੁਰੂ ਨਾਲ ਹੋ ਗਿਆ, ਉਹ ਫਿਰ ਰੂਹਾਂ ਵਿਛੜਦੀਆਂ ਨਹੀਂ। ਹਜ਼ੂਰ ਮਹਾਰਾਜ ਦੇ ਬਚਨ ਨੇ ਕਿ ਵਿਸ਼ਵਾਸ ਦੇ ਬੇੜੇ ਪਾਰ। ਵਿਸ਼ਵਾਸ ਇੱਕ ਬਹੁਤ ਵੱਡੀ ਭਗਤੀ ਹੈ। ਭਜਨ ਕੋਈ ਜਿੰਨਾ ਮਰਜ਼ੀ ਕਰ ਲਵੇ, ਜੇ ਕੋਈ ਵਿਸ਼ਵਾਸ ਨਹੀਂ ਤੇ ਉਹਦਾ ਭਜਨ ਕੀਤਾ ਵੀ ਕਿਹੜੇ ਕੰਮ ਦਾ ਹੋ। ਸੋ ਉਹ ਜੀਵ ਮਾਲਕ ਨੂੰ ਪ੍ਰਵਾਨ ਨੇ ਜਿਨ੍ਹਾਂ ਦਾ ਆਪਣੇ ਸਤਿਗੁਰੂ ਤੇ ਵਿਸ਼ਵਾਸ ਹੈ, ਔਰ ਉਹੋ ਹੀ ਆਖਰੀ ਵਕਤ ਲੈਣ ਵਾਸਤੇ ਸਾਨੂੰ ਆਉਣਗੇ। ਫਿਰ ਸਤਿਗੁਰੂ ਹੀ ਆਉਣਗੇ। ਜਹਾਂ ਆਸਾ ਤਹਾਂ ਬਾਸਾ, ਐ ਤਪਾ ਕਾਹੇ ਕੋ ਖਪਾ, ਅੰਤ ਮਤੇ ਪਰ ਗਤਾ। ਆਖਰੀ ਵਕਤ ਜਦੋਂ ਅਸੀਂ ਦੁਨੀਆ ਤੋਂ ਜਾਣਾ ਹੈ, ਜਿੱਧਰ ਸਾਡਾ ਧਿਆਨ ਹੋਵੇਗਾ ਉੱਧਰ ਸਾਨੂੰ ਅਗਲਾ ਜਾਮਾ ਮਿਲ ਜਾਏਗਾ। ਹਜ਼ੂਰ ਮਹਾਰਾਜ ਕਈ ਵਾਰ ਇਹ ਦੱਸਦੇ ਹੁੰਦੇ ਸਨ, ਸਤਸੰਗ ਫਰਮਾਉਂਦੇ ਹੁੰਦੇ ਸਨ ਕਿ ਜਦੋਂ ਵੀ ਕਿਸੇ ਸਤਸੰਗੀ ਦੀ ਮੌਤ ਆਉਂਦੀ ਹੈ, ਆਖਰੀ ਸਮਾਂ ਆਉਣਾ ਜਾਣਾ ਸਭ ਨੇ, ਉਸ ਵਕਤ ਉਹਦੇ ਲਾਗੇ ਕਈ ਵਾਰੀ ਅਸੀਂ ਕੀ ਕਰਦੇ ਹਾਂ, ਤੇਰੀ ਨੂੰਹ ਵੱਡੀ ਨੂੰਹ ਆ ਗਈ ਹੈ, ਛੋਟੀ ਕੁੜੀ ਆ ਗਈ ਹੈ, ਮੁੰਡਾ ਆ ਗਿਆ, ਇਹਨੂੰ ਮਿਲ ਲਓ, ਇਹਨੂੰ ਮਿਲ ਲਓ। ਉਸ ਵਕਤ ਸਤਸੰਗੀ ਨੂੰ ਚਾਹੀਦਾ ਹੈ, ਲਾਗੇ ਰਹਿਣ ਵਾਲਿਆਂ ਨੂੰ, ਕਿ ਉਹਨਾਂ ਦਾ ਧਿਆਨ ਆਪਣੇ ਸਤਿਗੁਰਾਂ ਵੱਲ ਹੋਵੇ, ਸਿਮਰਨ ਵੱਲ ਹੋਵੇ, ਨਾਮ ਵੱਲ ਹੋਵੇ। ਉਹ ਜੀਵ ਫਿਰ ਮਾਲਕ ਦੇ ਘਰ ਚਲੇ ਜਾਣਗੇ। ਨਹੀਂ ਤੇ ਜਹਾਂ ਆਸਾ ਤਹਾਂ ਬਾਸਾ, ਆਖਰੀ ਵਕਤ ਜਿੱਧਰ ਸਾਡਾ ਧਿਆਨ ਰਹੇਗਾ ਉਧਰ ਨੂੰ ਅਸੀਂ ਚਲੇ ਜਾਵਾਂਗੇ। ਅਸੀਂ ਫਿਰ ਸਾਡਾ ਜਨਮ ਜਿਹੜਾ ਹੈ ਬਦਲ ਜਾਏਗਾ ਸਾਡਾ ਹੈ, ਲੇਕਿਨ ਆਪਣੇ ਦੇਸ਼ ਨਹੀਂ ਜਾਵਾਂਗੇ ਅਸੀਂ। ਹਾਂਜੀ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨਾਏ। ਅਸੂ ਸੁਖੀ ਬਸੰਦੀਆਂ, ਜਿਨਾ ਮਰ ਰਾਏ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਅਸੂ ਸੁਖੀ ਬਸੰਦੀਆਂ, ਜਿਨ੍ਹਾਂ ਮਾਇਆ ਹਰ ਰਾਏ। ਅਸੂ ਦਾ ਮਹੀਨੇ ਦਾ ਭਾਵ ਮਨੁੱਖਾ ਜਨਮ। ਉਹ ਰੂਹਾਂ ਸੋਹਣੀਆਂ ਹੋ ਗਈਆਂ, ਉਹ ਪ੍ਰਵਾਨ ਹੋ ਗਈਆਂ ਮਾਲਕ ਨੂੰ, ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਤੇ ਉਹ ਮਾਲਕ ਨੇ ਕਿਰਪਾ ਕਰ ਦਿੱਤੀ ਹੈ। ਆਪ ਉਹਨਾਂ ਨੂੰ ਸਤਿਗੁਰੂ ਮਿਲ ਗਏ ਨੇ, ਬੰਦਗੀ ਕੀਤੀ, ਜਿਨ੍ਹਾਂ ਨੇ ਨਾਮ ਜਪਿਆ, ਅੱਛੇ ਕਰਮ ਕੀਤੇ, ਉਹ ਰੂਹਾਂ ਆਪਣੇ ਦੇਸ਼ ਜਾਣਗੀਆਂ। ਔਰ ਉਹਨਾਂ ਦਾ ਇਹ ਮਨੁੱਖਾ ਜਨਮ ਜੋ ਅਸੂ ਦਾ ਮਹੀਨਾ ਹੈ, ਇਹ ਮੁਬਾਰਕ ਹੈ ਉਹਨਾਂ ਜੀਵਾਂ ਨੂੰ। ਅਸੂ ਸੁਖੀ ਬਸੰਦੀਆਂ, ਉਹ ਰੂਹਾਂ ਸੋਹਣੀਆਂ ਵੀ ਹੋ ਗਈਆਂ, ਸੁਖੀ ਵੀ ਹੋ ਗਈਆਂ, ਆਪਣੇ ਮਾਲਕ ਦੇ ਪਾਸ ਵੀ ਚਲੀ ਗਈਆਂ। ਕਹਿ ਦਿਓ ਸਮੁੰਦਰ ਦਾ ਬੂੰਦ ਸਮੁੰਦਰ ਜਾ ਕੇ ਸਮਾ ਗਈ, ਸਮੁੰਦਰ ਹੋ ਗਈ, ਇੱਕ ਮਿਕ ਹੋ ਗਈ। ਜਿਸ ਮਾਲਕ ਪਾਸੋਂ ਅਸੀਂ ਵਿਛੜੇ ਹਾਂ ਉਹ ਸਾਨੂੰ ਮਿਲ ਗਿਆ। ਅਸੂ ਦਾ ਮਹੀਨਾ ਆਪ ਸਭ ਨੇ ਸੁਣਿਆ, ਮਹੀਨਾ ਬਦਲ ਗਿਆ। ਮਹੀਨਾ ਕੱਤਕ ਦਾ ਮਹੀਨਾ, ਮੰਗਲਵਾਰ ਦਿਨ, ਕੱਤਕ ਦਾ ਮਹੀਨਾ ਮੰਗਲਵਾਰ ਦਿਨ। ਆਓ ਸੰਤਾਂ ਮਹਾਂਪੁਰਸ਼ਾਂ ਦੀ ਬਾਣੀ ਦੁਆਰਾ ਸੁਣੀਏ ਕਿ ਗੁਰੂ ਸਾਹਿਬ ਜੀ ਸਾਨੂੰ ਕੱਤੇ ਦੇ ਮਹੀਨੇ ਵਿੱਚ ਕੀ ਸਮਝਾ ਰਹੇ ਨੇ। ਹਾਂਜੀ। ਦੋਸ਼ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਕੱਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕੱਤੇ ਮਹੀਨੇ ਦਾ ਭਾਵ ਮਨੁੱਖਾ ਜਨਮ ਵਿੱਚ ਅਸੀਂ ਕਿਰਤ ਮਾੜੀ ਕੀਤੀ। ਕੱਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ। ਜੋ ਅਸੀਂ ਪਿੱਛੇ ਬੀਜ ਕੇ ਆਏ ਆ, ਕਰਮ ਜਿਹੜੇ ਪਿਛਲੇ ਜਨਮਾਂ ਵਿੱਚ ਕੀਤੇ ਨੇ, 3 ਕਿਸਮ ਦੇ ਕਰਮ ਨੇ। ਸੰਚਿਤ, ਪ੍ਰਾਲਬਧ, ਕਿਰੇਮਾਨ। ਸੰਚਿਤ ਉਹ ਕਰਮ ਨੇ ਸਾਡੇ ਜਿਹੜੇ ਜਮਾ ਪਏ ਨੇ। ਪ੍ਰਾਲਬਧ ਉਹ ਹੈ ਜੋ ਅਸੀਂ ਪਿੱਛੋਂ ਲੈ ਕੇ ਆਏ। ਅਸੀਂ ਜਿਹੋ ਜਿਹੀ ਅਸੀਂ ਪਿੱਛੇ ਕੀਤਾ ਹੈ, ਜੋ ਕੁਛ ਵੀ ਕੀਤਾ ਹੈ, ਸਾਡੇ ਉਹ ਅੱਗੇ ਆਉਂਦਾ ਹੈ। ਲੇਕਿਨ ਇਸ ਦਾ ਦੋਸ਼ ਅਸੀਂ ਦੂਜਿਆਂ ਨੂੰ ਦੇ ਰਹੇ ਹਾਂ। ਆਪਣੇ ਕਰਮਾਂ ਦਾ ਦੋਸ਼ ਆਪਣੇ ਤੇ ਨਹੀਂ ਲੈਂਦੇ, ਅਸੀਂ ਦੂਸਰੇ ਨੂੰ ਦੋਸ਼ ਦਿੰਦੇ ਹਾਂ। ਫਲਾਣਾ ਮੇਰੇ ਘਰ ਵਿੱਚ ਆਇਆ ਸੀ, ਕੋਈ ਜਾਦੂ ਕਰ ਗਿਆ, ਕੋਈ ਟੂਣਾ ਕਰ ਗਿਆ, ਕੋਈ ਹੋਰ ਕਈ ਤਰ੍ਹਾਂ ਦੇ ਵਹਿਮ ਭਰਮ ਪਾ ਲੈਂਦੇ ਅਸੀਂ। ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਜੋ ਤੂੰ ਕਰਮ ਕੀਤੇ ਨੇ,
ਮਨੁੱਖਾ ਜਨਮ ਭੋਗ ਰਿਹਾ ਹੈ। ਕਤ ਕਰਮ ਕਮਾਮਨੇ ਦੋਸ਼ ਨ ਕਾਹੂੰ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਾਨੂੰ ਰੋਗ ਕਦੋਂ ਲੱਗਦੇ ਆ? ਤੂੰ ਬਿਸਰੇ ਤੋ ਸਭ ਕੋ ਲਾਗੂ ਹੈ ਮਾਲਕ। ਜਦੋਂ ਤੂੰ ਬਿਸਰ ਜਾਣਾ ਫਿਰ ਸਾਰੀਆਂ ਚੀਜ਼ਾਂ ਲਾਗੂ ਹੋ ਜਾਂਦੀਆਂ ਨੇ। ਸਾਨੂੰ ਬਿਮਾਰੀਆਂ ਵੀ ਆ ਰਹੀਆਂ, ਕਿਸੇ ਨੂੰ ਭੂਤ ਚੰਬਣ ਡੇ, ਕਿਸੇ ਨੂੰ ਕੁਛ ਹੋਣ ਡਿਆ, ਕਿਸੇ ਨੂੰ ਕੁਛ ਹੋਣ ਡਿਆ। ਕੀ ਕਮੀ ਆ ਸਾਡੇ ਵਿੱਚ? ਅਸੀਂ ਮਾਲਕ ਦਾ ਸਿਮਰਨ ਨਹੀਂ ਕਰਦੇ, ਉਸ ਵਾਹਿਗੁਰੂ ਕਾਲ ਪੁਰਖ ਦਾ ਸਿਮਰਨ ਨਹੀਂ ਕਰਦੇ, ਭਜਨ ਨਹੀਂ ਕਰਦੇ, ਫਿਰ ਇਹ ਵੀ ਚੀਜ਼ਾਂ ਸਾਡੇ ਤੇ ਲਾਗੂ ਹੋ ਜਾਂਦੀਆਂ ਨੇ। ਅਗਰ ਅਸੀਂ ਭਜਨ ਸਿਮਰਨ ਕਰਾਂਗੇ ਸਾਡੇ ਅੰਦਰ ਪਵਿੱਤਰਤਾ ਆਏਗੀ ਔਰ ਪਿਛਲੇ ਕਰਮਾਂ ਦਾ ਵੀ ਨਾਸ ਹੋਵੇਗਾ ਔਰ ਅੱਗੇ ਵਾਸਤੇ ਸਾਡਾ ਆਪਣੇ ਘਰ ਜਾਣ ਦਾ ਰਸਤਾ ਖੁੱਲ੍ਹੇਗਾ। ਅਸੀਂ ਇਹ ਮਨੋਂ ਹੀ ਕੱਢ ਦਿੱਤਾ ਹੈ ਕਿ ਸਿਮਰਨ ਅਸੀਂ ਕਰਨਾ ਹੀ ਨਹੀਂ, ਮਾਲਕ ਨੂੰ ਯਾਦ ਕਰਨਾ ਹੀ ਨਹੀਂ। ਰੋਜ਼ ਸ਼ਬਦ ਪੜ੍ਹੇ ਜਾਂਦੇ ਨੇ, ਅੰਮ੍ਰਿਤ ਵੇਲਾ ਸਚ ਨਾਉ ਪੜ੍ਹਿਆਈ ਵਿਚਾਰ, ਕਰਨੀ ਆਵੇ ਕੱਪੜਾ ਨਦਰੀ ਮੁਖ ਦਵਾਰ। ਕਿਆ ਕੋਈ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦਾ ਸਿਮਰਨ ਕਰਦੇ ਹਾਂ? ਅਸੀਂ ਕੋਈ ਭਜਨ ਕਰਦੇ ਹਾਂ, ਯਾਦ ਕਰਦੇ ਹਾਂ, ਉਸ ਦਾ ਕੋਈ ਧੰਨਵਾਦ ਕਰਦੇ ਹਾਂ? ਅਗਰ ਨਹੀਂ ਕਰਾਂਗੇ ਤਾਂ ਫਿਰ ਸਾਨੂੰ ਦੁੱਖ ਜਿਹੜੇ ਆਉਣੇ ਆ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਫਿਰ ਸਾਨੂੰ ਸਾਰੇ ਰੋਗ ਲਾਗੂ ਹੋ ਜਾਣਗੇ। ਉਸ ਨੂੰ ਚੇਤਾ ਕਰਾਉਣਾ ਆਉਂਦਾ ਹੈ। ਅਸੀਂ ਉਹਨੂੰ ਭੁੱਲ ਗਏ ਹਾਂ, ਉਹਨੂੰ ਚੇਤਾ ਕਰਾਉਣਾ ਆਉਂਦਾ ਹੈ। ਜਦੋਂ ਦੁੱਖ ਮਿਲਦੇ ਆ, ਸਾਨੂੰ ਕੋਈ ਤਕਲੀਫਾਂ ਹੁੰਦੀਆਂ ਨੇ, ਫਿਰ ਉਸ ਵੇਲੇ ਸਾਨੂੰ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਜੋ ਵੀ ਕੁਛ ਨੂੰ ਕੋਈ ਬਣਦਾ ਹੈ, ਅੱਲਾ ਖੁਦਾ ਵਾਜਾ ਮਾਰਦਾ ਉਸ ਨੂੰ ਕਿ ਮੇਰੇ ਤੇ ਮਿਹਰ ਕਰੋ, ਮੇਰੇ ਤੇ ਮਿਹਰ ਕਰੋ। ਕਦੇ ਸੁੱਖਾਂ ਵਿੱਚ ਵੀ ਕਦੀ ਯਾਦ ਕੀਤਾ ਉਸ ਨੂੰ? ਸੁੱਖਾਂ ਵਿੱਚ ਕਦੀ ਅਸੀਂ ਯਾਦ ਨਹੀਂ ਕਰਦੇ ਉਸ ਨੂੰ। ਕਹਿਣਾ ਕਿ ਯਾਰ ਕੀ ਲੈਣਾ ਮਾਲਿਕ ਕੋਲੋਂ, ਕੀ ਲੈਣਾ, ਕੀ ਮੰਗਣਾ ਉਹਦੇ ਕੋਲ? ਸਭ ਕੁਛ ਮਾਲਕ ਨੇ ਦਿੱਤਾ ਸਾਨੂੰ, ਸਭ ਕੁਛ ਅਸੀਂ ਕਮਾਉਂਦੇ ਹਾਂ, ਖਾਂਦੇ ਹਾਂ, ਕਿਉਂ ਮਾਲਕ ਨੂੰ ਯਾਦ ਕਰੀਏ? ਕੀ ਮੰਗਣਾ ਉਹਦੇ ਕੋਲੋਂ? ਕੀ ਦੇਗਾ ਸਾਨੂੰ ਉਹ? ਲੇਕਿਨ ਅਸੀਂ ਭੁੱਲ ਗਏ ਇਸ ਗੱਲ ਨੂੰ ਕਿ ਜਿਸ ਨੇ ਸਾਨੂੰ ਇਹ ਜਨਮ ਦਿੱਤਾ ਹੋਇਆ ਉਹ ਹੀ ਸਾਨੂੰ ਰੋਜੀ ਰੋਟੀ ਦੇ ਰਿਹਾ ਹੈ, ਹਰ ਤਰ੍ਹਾਂ ਦੀ ਸਾਨੂੰ ਸਹੂਲਤਾਂ ਦੇ ਰਿਹਾ ਹੈ। ਲੇਕਿਨ ਇੱਥੇ ਆ ਕੇ ਅਸੀਂ ਇਤਨੇ ਬੇਈਮਾਨ ਹੋ ਗਏ ਹਾਂ ਕਿ ਉਸ ਮਾਲਕ ਦਾ ਕਦੀ ਵੀ ਧੰਨਵਾਦ ਨਹੀਂ ਕਰਦੇ। ਅਸੀਂ ਮਾਲਕ ਸ਼ੁਕਰ ਹੈ ਤੇਰਾ, ਅਸੀਂ ਸਹਿਯੋਗ ਨਹੀਂ ਜੋ ਤੂੰ ਸਾਨੂੰ ਦੇ ਰਿਹਾ। ਜਦੋਂ ਫਿਰ ਦੁੱਖ ਆਉਂਦੇ ਆ ਮਾਲਕ ਨੂੰ ਅਸੀਂ ਭੁੱਲ ਜਾਂਦੇ ਹਾਂ। ਜਦੋਂ ਕੋਈ ਵੀ ਜੀਵ ਕੋਈ ਭੁੱਲ ਜਾਂਦਾ, ਚਾਹੇ ਕੋਈ ਸਾਧੂ ਮਹਾਤਮਾ, ਚਾਹੇ ਕੋਈ ਵੀ ਹੈ, ਆਪਣੇ ਆਪ ਨੂੰ ਅੱਗੇ ਕਰ ਲੈਂਦਾ ਕਿ ਮੈਂ ਹੀ ਸਭ ਕੁਛ ਹਾਂ ਔਰ ਕੋਈ ਵੀ ਕੁਛ ਨਹੀਂ। ਲੇਕਿਨ ਉਸ ਮਾਲਕ ਦਾ ਪਤਾ ਨਹੀਂ। ਡਰੀ ਉਸ ਰੱਬ ਦੀ ਜਾਤ ਕੋਲੋਂ, ਬਾਦਸ਼ਾਹ ਤੋਂ ਭੀਖ ਮਕਾ ਦਿੰਦਾ। ਜੇ ਮੌਜ ਹੋਵੇ ਉਸ ਬਾਦਸ਼ਾਹ ਦੀ ਤੇ ਕਾਈਆਂ ਨੂੰ ਰਾਜ ਤੇ ਬਿਠਾ ਦਿੰਦਾ। ਬੜੇ ਬੜੇ ਜਿਹੜੇ ਆਪਣੇ ਆਪ ਨੂੰ ਭੁੱਲ ਕੇ ਗਲਤ ਕੰਮ ਕੀਤੇ, ਚਾਹੇ ਕੋਈ ਸਾਧੂ ਮਹਾਤਮਾ, ਚਾਹੇ ਕੋਈ ਹੋਰ ਰਾਜ ਤੇ ਬੈਠੇ ਹੋਏ, ਆਖਰ ਡਾਊਨ ਟੂ ਅਰਥ, ਉੱਪਰੋਂ ਪੁੰਜੇ ਡਿੱਗੇ ਜਾ ਕੇ। ਹਮੇਸ਼ਾ ਡਰਨਾ ਚਾਹੀਦਾ ਰੱਬ ਕੋਲੋਂ। ਹਜ਼ੂਰ ਮਹਾਰਾਜ ਕਈ ਵਾਰ ਸਤਸੰਗ ਫਰਮਾਉਂਦੇ ਹੁੰਦੇ ਸੀ ਕਿ ਰਾਜਿਆਂ ਤੇ ਉਹ ਵਕਤ ਆ ਗਿਆ, ਰਾਣੀਆਂ ਤੇ, ਜਿਹੜੀਆਂ ਰਾਣੀਆਂ ਅਨਾਰਾਂ ਦਾ ਪਾਣੀ ਪੀਂਦਿਆਂ ਸੀ, ਛੱਪੜਾਂ ਦਾ ਪਾਣੀ ਨਹੀਂ ਮਿਲਿਆ। ਇਹ ਮਾਲਕ ਦੀ ਮੌਜ ਹੈ। ਅਗਰ ਯਾਦ ਨਹੀਂ ਰੱਖਾਂਗੇ ਉਸ ਮਾਲਕ ਨੂੰ ਤਾਂ ਸਾਡੇ ਤੇ ਵੀ ਵਕਤ ਆ ਸਕਦਾ। ਬੇਸ਼ੱਕ ਅਸੀਂ ਕਿਤੇ ਬੈਠੇ ਹਾਂ, ਵਕਤ ਦਾ ਪਤਾ ਨਹੀਂ, ਵਕਤ ਕਿਸੇ ਦਾ ਯਾਰ ਨਹੀਂ, ਵਕਤ ਬਦਲਦਿਆਂ ਪਤਾ ਨਹੀਂ ਲੱਗਦਾ। ਬਦਲ ਜਾਂਦੇ ਨੇ, ਬੜੇ ਬੜੇ ਵਕਤ ਬਦਲਦੇ ਦੇਖੇ ਨੇ ਅਸੀਂ, ਲੇਕਿਨ ਬਦਲ ਜਾਂਦੇ ਨੇ। ਲੇਕਿਨ ਇੱਕ ਮਾਲਕ ਦਾ ਭੈ, ਉਸ ਸਤਿਗੁਰ ਦਾ ਭੈ ਸਾਡੇ ਅੰਦਰ ਰਹੇਗਾ। ਮੈਂ ਕਈ ਵਾਰ ਇਹ ਗੱਲ ਕਹਿ ਚੁੱਕਾ ਕਿ ਪਰਮਾਤਮਾ ਨੂੰ ਯਾਦ ਰੱਖਿਓ ਜਾਂ ਨਾ ਰੱਖਿਓ, ਇੱਕ ਗੱਲ ਜ਼ਰੂਰ ਯਾਦ ਰੱਖ ਲਿਓ, ਮਨ ਦੇ ਵਿੱਚ ਅਸੀਂ ਰਹਿਣਾ ਨਹੀਂ, ਅਸੀਂ ਚਲੇ ਜਾਣਾ ਹੈ ਸੰਸਾਰ ਵਿੱਚੋਂ। ਫਿਰ ਅਸੀਂ ਕੋਈ ਵੀ ਐਸਾ ਗਲਤ ਕਰਮ ਨਹੀਂ ਕਰਾਂਗੇ ਜਦੋਂ ਸਾਡੇ ਮਨ ਵਿੱਚ ਭੈ ਆ ਜਾਏਗਾ ਮੌਤ ਦਾ। ਮੌਤ ਤੋਂ ਹਰ ਬੰਦਾ ਡਰਦਾ ਹੈ, ਮਰਨਾ ਕੋਈ ਵੀ ਨਹੀਂ ਚਾਹੁੰਦਾ। ਫਿਰ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ, ਫਿਰ ਪਰਮਾਤਮਾ ਆਪੇ ਸਾਨੂੰ ਯਾਦ ਆ ਜਾਏਗਾ। ਜੋ ਗੁਰੂ ਸਾਹਿਬ ਜੀ ਬਾਣੀਆਂ ਦੁਆਰਾ ਫਰਮਾ ਰਹੇ ਨੇ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਾਰੇ ਰੋਗ ਫਿਰ ਲਾਗੂ ਹੋ ਜਾਂਦੇ ਨੇ। ਤੂੰ ਬਿਸਰੇ ਤਾਂ ਸਭ ਕੋ ਲਾਗੂ, ਫਿਰ ਹਰ ਤਰ੍ਹਾਂ ਦੇ ਹਰ ਪਾਸਿਓਂ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ। ਹਾਂਜੀ। ਕਤ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ
ਬੋਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਂ ਭੋਗ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਹੜੇ ਜੀਵ ਮਾਲਕ ਦੀ ਬੰਦਗੀ ਨਹੀਂ ਕਰਨਗੇ, ਬੇਮੁਖ ਰਹਿਣਗੇ ਔਰ ਮਾੜੇ ਚੰਗੇ ਕਰਮ ਕਰਨਗੇ, ਅੱਗੇ 84 ਖੜੀ ਹੈ, ਜਨਮਾਂ ਜਨਮਾਂ ਦੇ ਬੇਜੋਗ ਲੱਗਣਗੇ ਸਾਨੂੰ। ਬੇਜੋਗ ਦਾ ਭਾਵ ਇਹ ਹੈ ਕਿ ਇੱਕ ਜਨਮ ਛੁੱਟਿਆ ਦੂਜਾ ਤਿਆਰ। ਅਸੀਂ ਇਹ ਮਤ ਸੋਚੀਏ ਕਿ ਸਿੱਧੇ ਅਸੀਂ ਇਨਸਾਨ ਹੀ ਬਣ ਕੇ ਆਏ ਹਾਂ। ਪੰਜਵੀਂ ਪਾਤਸ਼ਾਹ ਦੀ ਬਾਣੀ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਕਰ ਸਾਕ ਉਪਾਇਆ, ਲੱਖ 84 ਜੂਣ ਪਰਮਾਇਆ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਦੇ ਸੰਜਰੀਆ। ਕਈ ਜਨਮ ਸਾਡੇ ਐਸੇ ਵੀ ਆਏ ਹੋਣਗੇ, ਕੀੜਿਆਂ ਮਕੌੜਿਆਂ ਪਤੰਗਿਆਂ ਦੇ, ਕਈ ਜਨਮ ਸਾਡੇ ਹਾਥੀਆਂ ਘੋੜਿਆਂ ਦੇ ਵੀ ਆਏ ਹੋਣਗੇ, ਕਈ ਜਨਮ ਸਾਡੇ ਜਲ ਦੇ ਜੀਵ ਵੀ ਬਣੇ ਹੋਵਾਂਗੇ, ਮਛਲੀਆਂ ਬਣੀਆਂ ਮਛਲੀ ਦੇ ਜੂਨਾਂ ਵਿੱਚ ਵੀ ਗਏ ਹੋਵਾਂਗੇ। ਕਈ ਜਨਮ ਪੱਥਰ ਵੀ ਗੁਰੂ ਸਾਹਿਬ ਜੀ ਦੱਸ ਰਹੇ ਨੇ, ਸੈਲ ਪੱਥਰ ਨੂੰ ਕਹਿੰਦੇ ਆ ਕਿ ਕਈ ਜੂਨ ਸਾਡੀ ਪੱਥਰ ਦੀ ਵੀ ਆਈ ਹੋਵੇਗੀ। ਕੁਛ ਸਾਡੀ ਜ਼ਿੰਦਗੀ ਐਸੀ ਵੀ ਹੋਈ ਹੋਵੇਗੀ ਕਿ ਗਰਭ ਵਿੱਚ ਹੀ ਸਾਡਾ ਜੀਵਨ ਸਮਾਪਤ ਹੋ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਕਰ ਸਾਖ ਉਪਾਇਆ, ਕਈ ਜਨਮ ਸਾਡੇ ਘਾਸ ਫੂਸ ਤੇ ਵੀ ਆਏ ਹੋਣਗੇ, ਜਿਹੜੇ ਮੌਸਮ ਨਾਲ ਉਗਦੇ ਆ ਫਿਰ ਖਤਮ ਹੋ ਜਾਂਦੇ ਆ। ਲੱਖ 84 ਜੂਨ ਪਰਮਾਇਆ, ਇਹ 84 ਲੱਖ ਜੂਨ ਹੈ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਦੇ ਸੰਜਰੀਆ। ਸਾਨੂੰ ਇਹ ਦੇਹੀ ਜੋ ਮਿਲੀ ਹੈ, ਨਾਮ ਜਪਣ ਵਾਸਤੇ ਮਿਲੀ ਹੈ ਮਨੁੱਸ਼ਾ ਦੇ, ਲੇਕਿਨ ਪਿੱਛੇ ਝਾਤੀ ਮਾਰ ਲਈ 84 ਦੇ ਦੁੱਖ ਕਿਤਨੇ ਹੈ। ਕਹਿੰਦੇ ਕਿੱਥੇ 84, ਲੇਕਿਨ 84 ਸਾਡੇ ਸਾਹਮਣੇ ਹੈ। ਸਰਦੀ ਦਾ ਮੌਸਮ ਆ ਰਿਹਾ ਹੈ, ਪੰਛੀ ਰੁੱਖਾਂ ਤੇ ਟੰਗੇ ਆ, ਮਾਲ ਮਵੇਸ਼ੀ ਜਿਹੜੇ ਘਰੋਂ ਬਾਹਰ ਕੱਢ ਦਿੰਦੇ ਨੇ, ਕੋਹਰਾ ਪੈ ਰਿਹਾ ਹੈ, ਬਰਫ਼ ਪੈ ਰਹੀ ਹੈ, ਕਿਹੜੀ ਦਰਗਾਹ ਜਾ ਕੇ ਕਿੱਥੇ ਫਰਿਆਦ ਕਰ। ਹਰ ਜਨਮ ਵਿੱਚ ਦੁੱਖ ਸਹਿਣੇ ਪੈਣਗੇ ਸਾਨੂੰ, ਲੇਕਿਨ ਹੁਣ ਜੋ ਸਾਨੂੰ ਮਨੁੱਖ ਜਨਮ ਮਿਲਿਆ, ਇੱਕ ਆਪਰਚੁਨਿਟੀ, ਇੱਕ ਸੁਨਹਿਰੀ ਮੌਕਾ ਮਿਲਿਆ ਸਾਨੂੰ ਆਪਣੇ ਮਾਲਕ ਨੂੰ ਮਿਲਣ ਦਾ, ਵਾਪਸ ਜਾਣ ਦਾ ਆਪਣੇ ਮਾਲਕ ਦੇ ਪਾਸ। ਲੇਕਿਨ ਇਸ ਨੂੰ ਵੀ ਅਸੀਂ ਅਜਾਈਂ ਗਵਾ ਰਹੇ ਹਾਂ, ਬਾਹਰ ਦੀਆਂ ਗੱਲਾਂ ਵਿੱਚ ਗਵਾ ਰਹੇ ਹਾਂ, ਲੇਕਿਨ ਕਦੀ ਉਸ ਮਾਲਕ ਨੂੰ ਯਾਦ ਨਹੀਂ ਕਰਦੇ। ਫਿਰ ਸਾਨੂੰ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਜਨਮਾਂ ਜਨਮਾਂ ਦੇ ਵਿਜੋਗ ਲੱਗਣਗੇ। ਹਰ ਜਨਮ 'ਚ ਸਾਨੂੰ ਰੋਣਾ ਪਏਗਾ, ਹਰ ਜਨਮ 'ਚ ਦੁਖੀ ਹੋਵਾਂਗੇ। ਕੋਈ ਵੀ ਜੂਨ ਜਿਹੜੀ ਹੈ ਦੇਖ ਲਈਏ ਅਸੀਂ 84 ਦੀ ਹੈ, ਤਾਂ ਅਸੀਂ ਵੀ 84 ਵਿੱਚ ਹੈ, ਲੇਕਿਨ ਸਭ ਤੋਂ ਸਾਡੀ ਸਰਬਸ਼੍ਰੇਸ਼ਟ ਜੂਨ ਹੈ। ਇਹ ਵਡਿਆਈ ਮਾਲਕ ਨੇ ਨਾਮ ਜਪਣ ਦੀ ਮਨੁੱਖਾ ਜਨਮ ਨੂੰ ਦਿੱਤੀ ਹੈ, ਹੋਰ ਕਿਸੇ ਜਨਮ ਨੂੰ ਇਹ ਸੋਝੀ ਨਹੀਂ। ਅਗਰ ਅਸੀਂ ਪਸ਼ੂਆਂ ਦੇ ਜਾਮੇ ਵਿੱਚ ਆ ਜਾਈਏ ਤੇ ਅਸੀਂ ਨਾਮ ਜਪ ਸਕਾਂਗੇ। ਉਦੋਂ ਨਾਮ ਜਪਾਂਗੇ ਜਦੋਂ ਸਾਡੇ ਗਲਾਂ ਵਿੱਚ ਸੰਗਲ ਪੈ ਜਾਣਗੇ, ਉਦੋਂ ਅਸੀਂ ਨਾਮ ਜਪਾਂਗੇ ਜਦੋਂ ਸਾਨੂੰ ਰੋਜੀ ਰੋਟੀ ਸਾਡੇ ਕਿਸੇ ਦੇ ਹੱਥ ਵਿੱਚ ਹੋਵੇਗੀ। ਇਸ ਵਕਤ ਸਾਨੂੰ ਇਹ ਮੌਕਾ ਹੈ, ਸੰਤਾਂ ਮਹਾਂਪੁਰਸ਼ਾਂ ਨੇ ਇਸ ਜਨਮ ਦੀ ਕਦਰ ਪਾਈ ਹੈ, ਮਨੁੱਖਾ ਜਨਮ ਦੀ। ਇਹ ਉਹਨਾਂ ਨੂੰ ਕਦਰ ਹੈ, ਸਾਨੂੰ ਨਹੀਂ ਕੋਈ ਕਦਰ ਇਸ ਦੀ। ਉਹਨਾਂ ਪਲ ਪਲ ਉਸ ਮਾਲਕ ਨੂੰ ਯਾਦ ਕੀਤਾ ਹੈ। ਜਿਨ੍ਹਾਂ ਦੀ ਬਾਣੀਆਂ ਪੜ੍ਹ ਰਹੇ ਹਾਂ, ਉਹਨਾਂ ਨੇ ਆਪਣੇ ਸਤਿਗੁਰੂ ਦਾ ਹੁਕਮ ਮੰਨਿਆ, ਹੁਕਮ ਮੰਨੀਏ ਹੋਈਏ ਪ੍ਰਵਾਨ। ਫਿਰ ਉਹ ਪ੍ਰਵਾਨ ਹੋਏ ਸਤਿਗੁਰਾਂ ਨੂੰ, ਫਿਰ ਸਭ ਗੁਰਗੱਦੀ ਵੀ ਸਤਿਗੁਰਾਂ ਨੂੰ ਦੇ ਦਿੱਤੀ। ਇਹ ਉਹਨਾਂ ਦੇ ਅਸੀਂ ਗੁਰੂ ਸਾਹਿਬ ਦੇ 12 ਮਹਾ ਪੜ੍ਹ ਰਹੇ ਹਾਂ, ਬਾਣੀਆਂ ਪੜ੍ਹ ਰਹੇ ਹਾਂ। ਹਾਂਜੀ। ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ, ਇਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ ਕਿ ਜਿਹੜੇ ਭੋਗ ਅਸੀਂ ਭੋਗਦੇ ਹਾਂ, ਇਹ ਖਿਣ ਵਿੱਚ ਹੀ ਕੌੜੇ ਹੋ ਜਾਂਦੇ ਨੇ। ਜਿਨ੍ਹਾਂ ਭੋਗਾਂ ਨੂੰ ਅਸੀਂ ਮਿੱਠਾ ਸਮਝ ਕੇ ਜਾਂ
ਸਮਝਦੇ ਹਾਂ ਵੀ ਬਹੁਤ ਆਨੰਦ ਹੈ ਇਹਨਾਂ ਦੇ ਵਿੱਚ। ਜਿਤਨੇ ਅਸੀਂ ਭੋਗ ਭੋਗੇ ਦੁਨੀਆ ਦੇ, ਸਾਨੂੰ ਉਤਨਾ ਹੀ ਦੁੱਖ ਮਿਲਿਆ, ਸਾਨੂੰ ਉਤਨਾ ਹੀ ਦੁੱਖ ਮਿਲਿਆ। ਲੇਕਿਨ ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਖਿਨ ਮੈਂ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ। ਜਿਤਨੇ ਵੀ ਮਾਇਆ ਦੇ ਭੋਗ ਨੇ ਫਿੱਕੇ ਰਸ ਨੇ, ਇਹਨਾਂ ਵਿੱਚ ਤ੍ਰਿਪਤਾ ਨਹੀਂ ਹੈ, ਇਹਨਾਂ ਵਿੱਚ ਸਿੱਧਕ ਨਹੀਂ ਹੈ, ਸੰਤੋਖ ਨਹੀਂ ਹੈ। ਔਰ ਜਿਤਨਾ ਅਸੀਂ ਇਹਨਾਂ ਨੂੰ ਵਰਤਿਆ ਹੈ, ਇਤਨਾ ਦੁੱਖ ਹੈ। ਦੇਖੋ ਅਸੀਂ ਜਿਹੜੇ ਵੀ ਪਾਸੇ ਲੱਗੇ ਹੋਏ ਹਾਂ ਦੁਨੀਆਦਾਰੀ ਦੇ ਵਿੱਚ, ਕਿਆ ਸਾਨੂੰ ਅਜੇ ਤੱਕ ਸੁੱਖ ਮਿਲਿਆ? ਸਾਡੇ ਬੱਚੇ ਵੀ ਹੋਏ, ਸਾਡੇ ਪਾਸ ਸਭ ਕੁਝ ਵੀ ਹੈ, ਪਰ ਲੇਕਿਨ ਇਨਸਾਨ ਦੁਖੀ ਹੈ। ਇਹ ਫਿੱਕੇ ਰਸ ਨੇ ਜਿਨ੍ਹਾਂ ਨੂੰ ਮਿੱਠਾ ਸਮਝ ਕੇ ਅਸੀਂ ਖਾਣ ਦੀ ਕੋਸ਼ਿਸ਼ ਕਰਦੇ ਹਾਂ। ਜ਼ਹਿਰ ਦੀਆਂ ਗੰਦਲਾਂ, ਥੋੜ੍ਹਾ ਜਿਹਾ ਮਿੱਠਾ ਲੱਗਾ ਹੋਇਆ, ਬਾਕੀ ਜ਼ਹਿਰ ਦੇ ਵਿੱਚ। ਅੱਜ ਸ਼ਾਦੀਆਂ ਹੋ ਰਹੀਆਂ, ਥੋੜ੍ਹੇ ਦਿਨਾਂ ਬਾਅਦ ਤਲਾਕ ਹੋ ਰਿਹਾ। ਕੀ ਕੁਛ ਘਰਾਂ ਵਿੱਚ ਲੜਾਈਆਂ ਪੈ ਗਈਆਂ। ਫਿੱਕੇ ਰਸ, ਝੂਠੇ ਰਸ। ਸੱਚਾ ਰਸ ਜਿਹੜਾ ਹੈ ਉਹ ਨਾਮ ਦਾ ਰਸ ਹੈ। ਗੁਰੂ ਸਾਹਿਬ ਜੀ ਉਸ ਰਸ ਦੇ ਬਾਰੇ ਫਰਮਾ ਰਹੇ ਨੇ ਕਿ ਇਹ ਦੁਨੀਆ ਦੇ ਭੋਗ ਜਿਹੜੇ ਹੈ ਇਹ ਫਿੱਕੇ ਰਸ ਨੇ। ਖਿਨ ਮੈਂ ਕੌੜੇ ਹੋਏ ਗਏ ਜਿਤਨੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੇ ਕਿਸਤੇ ਰੋਵੇ ਰੋਸ਼। ਅਸੀਂ ਕੋਈ ਐਸਾ ਵਿਚੋਲਾ ਰੱਖਿਆ ਹੀ ਨਹੀਂ ਵਿੱਚ ਜਿਹੜਾ ਸਾਨੂੰ ਇਸ ਤੋਂ ਬਚਾਉਂਦਾ। ਕਿਸੇ ਨੂੰ ਵਿੱਚ ਰੱਖਿਆ ਹੀ ਨਹੀਂ। ਗੁਰੂ ਸਾਹਿਬ ਨੇ ਪਹਿਲੇ ਤੁਕ 'ਚ ਫਰਮਾਤਾ ਹੈ ਕਿ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਲਾਏ। ਅਸੂ ਦੇ ਮਹੀਨੇ ਗੁਰੂ ਸਾਹਿਬ ਨੇ ਫਰਮਾਇਆ ਹੈ, ਅਗਰ ਐਸੇ ਸੰਤ ਮਹਾਂਪੁਰਸ਼ ਮਿਲ ਜਾਣ ਸਾਨੂੰ ਨਾਮ ਦੀ ਕਮਾਈ ਵਾਲੇ, ਬੰਦਗੀ ਵਾਲੇ, ਤਾਂ ਸਾਡਾ ਇਹ ਮਨੁੱਖਾ ਜਨਮ ਜਿਹੜਾ ਮੁਬਾਰਕ ਹੈ, ਸਾਡਾ ਕੱਤੇ ਦਾ ਮਹੀਨਾ ਵੀ ਮੁਬਾਰਕ ਹੈ। ਹਾਂਜੀ। ਕੀਤਾ ਕਛੂ ਨਾ ਹੋਵਈ ਲਿਖਿਆ ਤੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੇ ਉਤਰੇ ਸਭ ਵਿਯੋਗ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਜੋਗ। ਭਾਈ ਜੋ ਅਸੀਂ ਪਿੱਛੋਂ ਲਿਖਾ ਕੇ ਆਏ ਹਾਂ, ਇਹਦਾ ਕੀ ਹੋ ਸਕਦਾ? ਇਹਦਾ ਭੁਗਤਣਾ ਇੱਥੇ ਆ ਕੇ ਅਸੀਂ ਜਿਹੋ ਜਿਹੇ ਅਸੀਂ ਕਰਮ ਪਿੱਛੇ ਕਰਕੇ ਆਏ ਹਾਂ, ਉਹ ਸਜ਼ਾ ਵੀ ਤੇ ਅਸੀਂ ਭੁਗਤਣੀ ਹੈ, ਦੁੱਖ ਸੁੱਖ ਵੀ ਅਸੀਂ ਭੁਗਤਣਾ ਹੈ। ਜੇ ਸੁੱਖ ਹੈ ਤਾਂ ਉਹ ਵੀ ਇਸੇ ਹੀ ਦੇਈ ਨਾ ਭੁਗਤਣਾ ਹੈ, ਅਗਰ ਕੋਈ ਦੁੱਖ ਹੈ ਤਾਂ ਉਹ ਵੀ ਇਸੇ ਨੇ ਭੁਗਤਣਾ ਹੈ। ਲੇਕਿਨ ਕਰਮਾਂ ਦਾ ਕੋਈ ਭਾਗੀਦਾਰ ਨਹੀਂ ਬਣ ਸਕਦਾ ਕਿਸੇ ਦਾ। ਕਰਮ ਮੈਂ ਕਰਾਂ ਤੇ ਮੇਰੀ ਜਗ੍ਹਾ ਸਜ਼ਾ ਕਿਸੇ ਹੋਰ ਨੂੰ ਮਿਲੇ, ਇਹ ਬਾਹਰ ਦੁਨੀਆਦਾਰੀ ਵਿੱਚ ਚੱਲ ਜਾਂਦਾ ਹੈ। ਝੂਠਾ ਨਾਂ ਕਿਸੇ ਦਾ ਲਾ ਕੇ ਕਿਸੇ ਨੂੰ ਹੋਰ ਨੂੰ ਫਸਾ ਦਿੰਦੇ ਹੈ। ਇੱਕ ਦਰਬਾਰ ਐਸਾ ਵੀ ਹੈ ਜਿੱਥੇ ਸੱਚ ਦਾ ਨਿਆਂ ਹੁੰਦਾ ਹੈ, ਉਹ ਧਰਮਰਾਜ ਦਾ ਦਰਬਾਰ ਹੈ। ਜਿਹੋ ਜਿਹੇ ਅਸੀਂ ਕਰਮ ਕਰਾਂਗੇ ਉਹੋ ਜਿਹੇ ਸਾਨੂੰ ਸਜ਼ਾ ਮਿਲੇਗੀ। ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਜੋਗ। ਬੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਜੋ। ਸੰਤਾਂ ਮਹਾਂਪੁਰਸ਼ਾਂ ਦਾ ਬਾਣੀਆਂ ਦੁਆਰਾ ਸਮਝਾਉਣ ਦਾ, ਸਤਸੰਗ ਦੁਆਰਾ ਸਮਝਾਉਣ ਦਾ ਇੱਕੋ ਹੀ ਮਕਸਦ ਹੈ ਕਿ ਜੋ ਪਿਛਲੇ ਤੂੰ ਕਰਮ ਕੀਤੇ ਨੇ ਉਹਨਾਂ ਨੂੰ ਤੂੰ ਭੁਗਤ ਲੈ। ਅੱਗੇ ਕੋਈ ਐਸਾ ਕਰਮ ਨਾ ਕਰ ਜਿਹਦੇ ਨਾਲ ਤੈਨੂੰ ਦੁਬਾਰਾ 84 ਵਿੱਚ ਜਾਣਾ ਪਵੇ, ਦੁੱਖ ਭੋਗਣੇ ਪੈਣ। 84 ਦੇ ਦੁੱਖ ਬਹੁਤ ਬੜੇ ਨੇ ਅਤੇ ਇਹਨਾਂ ਵਿੱਚੋਂ ਨਿਕਲਣਾ ਕਿਤੇ ਸੌਖਾ ਨਹੀਂ। ਇੱਕ ਵਾਰ ਜੀਵ ਚਲਾ ਜਾਂਦਾ ਹੈ, 84 ਦਾ ਗੇੜ ਜਿਹੜਾ ਬਹੁਤ ਵੱਡਾ ਹੈ। ਅੰਡਜ ਜੇਰਜ ਸੇਤਜ ਉਤਪਜ, 4 ਖਾਨੀਆਂ ਨੇ। 4 ਖਾਨਾਂ ਦੇ ਵਿੱਚ ਜੀਵਨ ਨੂੰ ਜਾਣਾ ਪੈਂਦਾ, ਧੱਕੇ ਖਾਣੇ ਪੈਂਦੇ ਨੇ। ਔਰ ਪਤਾ ਨਹੀਂ ਕਦੋਂ ਫਿਰ ਮਨੁੱਖ ਜਨਮ ਸਾਨੂੰ ਮਿਲੇ ਜਾਂ ਨਾ ਮਿਲੇ। ਬਹੁਤ ਉੱਚੇ ਸਾਡੇ ਭਾਗ ਹੋਏ, ਸਾਡੇ ਪੁੰਨ ਵਧੇ, ਫਿਰ ਸਾਨੂੰ ਮਨੁੱਖ ਜਾਮਾ ਮਿਲਿਆ। ਲੇਕਿਨ ਇੱਥੇ ਆ ਕੇ ਅਸੀਂ ਭੁੱਲ ਗਏ ਉਸ ਮਾਲਕ ਨੂੰ। ਵਾਦਾ ਗਰਭ ਵਾਲੇ ਭੁੱਲ ਗਿਆ, ਸਾਰਾ ਦੁਨੀਆ 'ਚ ਮਨ ਲਾ ਲਿਆ। ਲੇਕਿਨ ਇਹ ਦੁਨੀਆ ਨੇ ਅਜੇ ਤੱਕ ਕਿਸੇ ਨੂੰ ਬੰਨੇ ਨਹੀਂ ਲਾਇਆ। ਦੁਨੀਆ ਨੇ ਅਜੇ ਤੱਕ ਕਿਸੇ ਨੂੰ ਬੰਨੇ ਨਹੀਂ ਲਾਇਆ। ਦੁਨੀਆ ਨੂੰ ਖੁਸ਼ ਕਰਨ ਵਾਸਤੇ ਲੱਗੇ ਆ, ਧੀਆਂ ਪੁੱਤਰ ਖੁਸ਼ ਹੋ ਜਾਣ, ਸਾਡੇ ਰਿਸ਼ਤੇਦਾਰ ਖੁਸ਼ ਹੋ ਜਾਣ, ਹੋਰ ਯਾਰਾਂ ਦੋਸਤਾਂ ਨੂੰ ਖੁਸ਼ ਕਰਦੇ ਫਿਰਦੇ ਅਸੀਂ। ਅਜੇ ਤੱਕ ਇਹ ਖੁਸ਼ ਨਹੀਂ ਹੋਏ, ਲੇਕਿਨ ਮਾਲਕ ਨੂੰ ਵੀ ਨਾਰਾਜ਼ ਕਰ ਲਿਆ। ਦੀਨ ਗਵਾਇਆ ਦੁਨੀ ਸੌ, ਦੁਨੀ ਨਾ ਚੱਲੀ ਸਾਥ, ਪਾਉ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਸਾਰੀਆਂ ਉਮਰਾਂ ਅਸੀਂ ਲਾ ਦਿੱਤੀਆਂ ਆਪਣੇ ਪਰਿਵਾਰਾਂ ਨੂੰ ਖੁਸ਼ ਕਰਨ ਵਾਸਤੇ ਕਿ ਇਹ ਖੁਸ਼ ਹੋ ਜਾਣਗੇ। ਸਭ ਕੁਝ ਬਣਾਇਆ ਇਹਨਾਂ ਦੇ ਵਾਸਤੇ, ਆਖਰ ਕੀ ਮਿਲਿਆ ਇਹਨਾਂ ਪਾਸ? ਦੀਨ ਗਵਾਇਆ ਦੁਨੀ ਸੌ,
ਉਹ ਦੀਨ ਜੋ ਦੇ ਸਾਡਾ ਸਤਨਾਮ, ਉਸ ਨੂੰ ਵੀ ਅਸੀਂ ਵਿਸਾਰ ਦਿੱਤਾ। ਪਰ ਇਹ ਦੁਨੀ ਨਾ ਚੱਲੀ ਸਾਥ, ਪਾਉ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਇੱਕ ਨਾਮ ਤੋਂ ਬਗੈਰ ਅਸੀਂ ਇਸ ਤਰ੍ਹਾਂ ਜਾਵਾਂਗੇ ਦੁਨੀਆ ਦੇ ਵਿੱਚੋਂ ਜਿਸ ਤਰ੍ਹਾਂ ਜੁਆਰੀਆ ਜੂਏ ਵਿੱਚ ਸਾਰੀ ਆਪਣੀ ਜਾਇਦਾਦ ਹਰਾ ਕੇ ਹੱਥ ਝਾੜ ਕੇ ਰੋਂਦਾ ਘਰ ਨੂੰ ਚਲਾ ਜਾਂਦਾ ਹੈ। ਕਹੇ ਕਬੀਰ ਅੰਤ ਕੀ ਬਾਰੀ, ਹਾਥ ਝਾੜ ਚੋਂ ਚਲਾ ਜਵਾਰੀ। ਇੱਕ ਨਾਮ ਤੋਂ ਬਗੈਰ ਅਸੀਂ ਪਛਤਾਉਣਾ ਪਏਗਾ ਸਾਨੂੰ, ਲੇਕਿਨ ਜ਼ਿੰਦਗੀ ਸਾਡੀ ਬੀਤ ਚੱਲੀ ਹੈ। ਕੋਈ ਕਹਿੰਦਾ ਮੈਂ ਕੱਲ ਭਜਨ ਕਰਾਂਗਾ, ਕੋਈ ਕਹਿੰਦਾ ਕੱਲ ਤੋਂ ਸਿਮਰਨ ਕਰਾਂਗਾ, ਲੇਕਿਨ ਅੱਜ ਕੱਲ ਕਰਦਿਆਂ ਕਰਦਿਆਂ ਸਾਡੀ ਜ਼ਿੰਦਗੀ ਬੀਤ ਗਈ। ਪੱਗ ਡਗ ਮਗੇ ਜੋਤ ਨੈਣ ਤੋਂ ਹੀਨ, ਕਹੋ ਨਾਨਕੇ ਬਿਦ ਪਈ ਕਿਉਂ ਨਹੀਂ ਹਰ ਰਸ ਲੀਨ। ਪੱਗ ਡਗ ਮਗਾਉਣ ਲੱਗ ਪਏ ਨੇ, ਅੱਖਾਂ ਤੋਂ ਜੋਤੀਹੀਨ ਹੋ ਗਈ ਹੈ, ਫਿਰ ਵੀ ਸਾਨੂੰ ਮਾਲਕ ਦਾ ਚੇਤਾ ਨਹੀਂ ਆ ਰਿਹਾ। ਗੁਰੂ ਸਾਹਿਬ ਜੀ ਫਰਮਾ ਰਹੇ ਨੇ, ਅਗਰ ਬੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਜੋਗ। ਆਪਣੇ ਵਿਜੋਗ ਉਹਨਾਂ ਦੇ ਉਤਰ ਚੁੱਕੇ ਸਨ। ਗੁਰੂ ਸਾਹਿਬ ਦੇ ਜੋ ਬਾਣੀ ਜਿਹਨਾਂ ਦੀ ਪੜ੍ਹ ਰਹੇ ਹਾਂ, ਜਨਮਾਂ ਜਨਮਾਂ ਦੇ ਸਾਡੇ ਵਿਜੋਗ ਉਤਰ ਜਾਣਗੇ ਅਗਰ ਇੱਕ ਜਨਮ ਅਸੀਂ ਸਤਿਗੁਰ ਦੇ ਲੇਖੇ ਲਾ ਦਈਏ। ਵੱਡੇ ਮਹਾਰਾਜ ਜੀ ਹਜ਼ੂਰ ਮਹਾਰਾਜ ਜੀ ਫਰਮਾਉਂਦੇ ਹੁੰਦੇ ਨੇ, ਬਾਬਾ ਤੇਜਾ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਦਰਬਾਰ ਹੈ, ਕਿ ਇੱਕ ਜਨਮ ਮੇਰੇ ਲੇਖੇ ਲਾ ਦਿਓ, ਟੁੱਟਾ ਫੁੱਟਾ ਜਿਸ ਤਰ੍ਹਾਂ ਦਾ ਹੈ ਮੈਂ ਛੱਡਾਂਗਾ ਨਹੀਂ, ਤੁਹਾਨੂੰ ਲੈ ਜਾਵਾਂਗਾ। ਲੇਕਿਨ ਕਈ ਵਾਰ ਅਸੀਂ ਅੱਗੇ ਹੋ ਜਾਂਦੇ ਹਾਂ, ਕਈ ਵਾਰੀ ਵਿਸ਼ਵਾਸ ਕਰ ਲੈਂਦੇ ਹਾਂ, ਕਈ ਵਾਰੀ ਪਿੱਛੇ ਹੋ ਜਾਂਦੇ ਹਾਂ, ਕਈ ਵਾਰੀ ਸਿਫਤ ਕਰਨ ਲੱਗ ਪੈਂਦੇ ਹਾਂ, ਕਈ ਵਾਰੀ ਉਸੇ ਮੂੰਹ ਦੇ ਨਾਲ ਅਸੀਂ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਸਾਡਾ ਜਨਮ ਕਈ ਜਨਮਾਂ ਤੋਂ ਅਸੀਂ ਧੱਕੇ ਖਾਂਦੇ ਆ ਰਹੇ ਹਾਂ। ਹੁਣ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ, 31 ਦਾ ਮਹੀਨਾ, ਇਹ ਤਾਂ ਹੀ ਮੁਬਾਰਕ ਹੋਵੇਗਾ ਅਗਰ ਇਸ ਮਹੀਨੇ ਦੇ ਵਿੱਚ ਅਸੀਂ ਅੱਛੇ ਕਰਮ ਕਰੀਏ, ਆਪਣੇ ਸਤਿਗੁਰਾਂ ਨੂੰ ਪਿਆਰ ਕਰੀਏ, ਤਾਂ ਅਸੀਂ ਵੀ ਆਪਣੇ ਦੇਸ਼ ਚਲੇ ਜਾਵਾਂਗੇ। ਹਾਂਜੀ। ਨਾਨਕ ਕੋ ਪ੍ਰਭ ਰਾਖ ਲਿਓ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ ਸਾਧ ਸੰਗ, ਬਿਨ ਸੇ ਸਭੇ ਸੋਚ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਫਿਰ ਨਾਨਕ ਕੋ ਪ੍ਰਭ ਰੱਖ ਲਿਓ ਮੇਰੇ ਸਾਹਿਬ ਬੰਦੀ ਮੋਚ। ਹਾਲਾਂਕਿ ਸਾਰੀ ਰੱਖਿਆ ਹੋ ਵੀ ਚੁੱਕੀ ਸੀ ਪੰਜਵੀਂ ਪਾਤਸ਼ਾਹ ਦੀ, ਫਿਰ ਵੀ ਆਪਣੇ ਸਤਿਗੁਰਾਂ ਪਾਸੋਂ ਕੀ ਮੰਗ ਰਹੇ ਨੇ? ਪ੍ਰਭੂ ਕਿਸ ਨੂੰ ਕਿਹਾ? ਉਹਨਾਂ ਆਪਣੇ ਸਤਿਗੁਰਾਂ ਨੂੰ ਕਿਹਾ ਹੈ। ਉਸ ਮਾਲਕ ਨੂੰ, ਪਰਮਾਤਮਾ ਨੂੰ ਤੇ ਅਸੀਂ ਕਿਸੇ ਨੇ ਦੇਖਿਆ ਹੀ ਨਹੀਂ ਹੈ, ਲੇਕਿਨ ਸਿੱਖ ਵਾਸਤੇ ਸਭ ਕੁਛ ਪ੍ਰਭੂ ਵੀ ਉਹ ਹੀ ਹੈ, ਪਿਤਾ ਵੀ ਉਹ ਹੀ ਹੈ। ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਸਭ ਕੁਛ ਬਾਣੀਆਂ ਵਿੱਚ ਲਿਖਿਆ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਸਭ ਕੁਛ ਉਹ ਮਾਲਕ ਹੀ ਉਹਨਾਂ ਵਾਸਤੇ। ਨਾਨਕ ਕੋ ਪ੍ਰਭ ਰੱਖ ਲਿਓ ਮੇਰੇ ਸਾਹਿਬ ਬੰਦੀ ਮੋਸ਼, ਕਤਕ ਹੋਵੇ ਸਾਧ ਸੰਗਤ ਬਿਨ ਸੇ ਸਭੇ ਸੋਚ। ਸਾਨੂੰ ਬੰਦੀ ਮੋਚ ਦਾ ਮਤਲਬ ਭਾਵ ਇਹ ਹੈ ਕਿ ਕਾਲ ਦੇ ਜੇਲ੍ਹ ਖਾਨੇ ਚੋਂ ਅਗਰ ਕੱਢ ਸਕਦਾ ਹੈ ਤਾਂ ਸਤਿਗੁਰੂ ਕੱਢ ਸਕਦਾ ਹੈ। ਦੇਖੋ ਸਭ ਕੁਛ ਆਪ ਨਿਕਲੇ ਹੋਏ ਦੋ ਜਹਾਨ ਦੇ ਬਾਲੀ, ਸਭ ਦੁਨੀਆ ਨੂੰ ਤਾਰਨ ਵਾਸਤੇ ਆਏ ਗੁਰੂ ਸਾਹਿਬ ਜੀ, ਫਿਰ ਵੀ ਆਪਣੇ ਸਤਿਗੁਰ ਅੱਗੇ ਕੀ ਫਰਿਆਦ ਕਰ ਰਹੇ ਨੇ? ਨਾਨਕ ਕੋ ਪ੍ਰਭ ਰੱਖ ਲਿਓ ਮੇਰੇ ਸਾਹਿਬ ਬੰਦੀ ਮੋਚ। ਤੂੰ ਕੱਢ ਸਕਦਾ ਸਾਨੂੰ, ਤੂੰ ਸਾਨੂੰ ਕਾਲ ਦੇ ਜੇਲ੍ਹ ਖਾਨੇ ਚੋਂ ਆਜ਼ਾਦ ਕਰ ਸਕਦਾ, ਸਾਨੂੰ ਆਪਣੇ ਨਾਲ ਮਿਲਾ ਲਓ। ਬੇਨਤੀ ਕਰ ਰਹੇ ਆ, ਲੇਕਿਨ ਅਸੀਂ ਕਦੀ ਵੀ ਮਾਲਕ ਦੇ ਅੱਗੇ ਬੇਨਤੀ ਨਹੀਂ ਕੀਤੀ ਕਿ ਸਾਨੂੰ ਆਪਣੇ ਨਾਲ ਮਿਲਾਓ। ਕਿੱਥੋਂ ਸਾਨੂੰ ਮਾਲਕ ਮਿਲੇਗਾ? ਕਿੱਥੋਂ ਸਾਡੇ ਵਿੱਚ ਸ਼ਾਂਤੀ ਆ ਜਾਏਗੀ? ਕਿੱਥੋਂ ਫਰਕ ਆ ਜਾਏਗਾ? ਕਿਤਨੇ ਪਿਆਰ ਦੀ ਬਾਣੀ ਗੁਰੂ ਸਾਹਿਬ ਨੇ ਲਿਖੀ ਹੈ। ਕਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ। ਮਨੁੱਖਾ ਜਨਮ ਵਿੱਚ ਕੱਤੇ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਉਹ ਸਾਧੂ ਮਹਾਤਮਾ ਮਿਲ ਗਏ, ਉਹਨਾਂ ਦੀਆਂ ਸਾਰੀਆਂ ਸੋਚਾਂ ਖਤਮ ਹੋ ਗਈਆਂ, ਆਪਣੇ ਮਾਲਕ ਦੇ ਦਰਬਾਰ ਵਿੱਚ ਮਨਜ਼ੂਰ ਹੋ ਗਏ। ਦੁੱਖਾਂ ਸੁੱਖਾਂ ਚੋਂ ਨਿਕਲ ਕੇ ਕਹਿ ਦਿਓ ਕਿ ਆਪਣੇ ਦੇਸ਼ ਚਲੇ ਗਏ, ਸੁੱਖ ਦੇ ਦੇਸ਼ ਚਲੇ ਗਏ, ਸਾਰੀਆਂ ਸੋਚਾਂ ਖਤਮ ਹੋ ਗਈਆਂ। ਇਸ ਦੇਸ਼ ਦੇ ਵਿੱਚ ਬੰਦਾ ਹਰ ਵੇਲੇ ਸੋਚਾਂ ਵਿੱਚ ਡੁੱਬਿਆ ਹੋਇਆ ਹੈ, ਫਿਕਰ ਵਿੱਚ ਹੈ, ਚਿੰਤਾ ਵਿੱਚ ਹੈ। ਸੋਚਦਾ ਭਾਵ ਹੈ ਜੋ ਵੀ ਚਿੰਤਾ ਫਿਕਰੀ ਸਭ ਲੈ ਗਿਆ ਉਹਨਾਂ ਦਾ, ਔਰ ਉਹ ਸਤਿਗੁਰ ਦੇ ਦਰਬਾਰ ਵਿੱਚ ਕਬੂਲ ਹੋਏ। ਕਤਕ ਹੋਵੇ ਸਾਧ ਸੰਗ, ਸਾਧੂਆਂ ਦੀ ਸੰਗਤ ਹੋਵੇ। ਕਿਹੜੇ ਸਾਧੂਆਂ ਦੀ? ਮੈਂ ਬਾਰ-ਬਾਰ ਫਿਰ ਉਹੀ ਗੱਲ ਕਰ ਰਿਹਾ ਕਿ ਨਾਮ ਦੀ ਕਮਾਈ ਵਾਲੇ ਮਹਾਂਪੁਰਸ਼ ਹੋਣ,
ਜਿਹੜੇ ਬੰਦਗੀ ਕਰਦੇ ਹੋਣ, ਜਿਹੜੇ ਨਾਮ ਜਪਦੇ ਹੋਣ। ਜਿਹਨੇ ਦੇਖਿਆ ਸੋ ਦਿਖਾਏਗਾ, ਜਿਹਨੇ ਜਪਿਆ ਸੋ ਜਪਾਏਗਾ। ਜਿਹਨੇ ਆਪ ਹੀ ਨਾਮ ਨਹੀਂ ਜਪਿਆ ਸਾਨੂੰ ਕਿੱਥੋਂ ਜਪਾ ਦੇਗਾ। ਜਿਹਨੇ ਦੇਖਿਆ ਸੋ ਦਿਖਾ ਸਕਦਾ ਹੈ। ਐਸੇ ਮਹਾਂਪੁਰਸ਼ ਆਪਣੇ ਸਤਿਗੁਰੂ ਦੀ ਵਡਿਆਈ ਕਰ ਰਹੇ ਗੁਰੂ ਸਾਹਿਬ ਜੀ, ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ, ਉਹਨਾਂ ਦੇ ਅੱਗੇ ਬੇਨਤੀ ਕਰ ਰਹੇ ਨੇ ਕਿ ਨਾਨਕ ਕੋ ਪ੍ਰਭ ਰੱਖ ਲਿਓ ਮੇਰੇ ਸਾਹਿਬ ਮਤੀ ਮੋਚ, ਕਤਕ ਹੋਵੇ ਸਾਧ ਸੰਗ। ਕਿਹਨਾਂ ਨਾਲ ਸੰਗ ਹੋਇਆ ਸੀ ਗੁਰੂ ਸਾਹਿਬ ਦਾ, ਪੰਜਵੀਂ ਪਾਤਸ਼ਾਹੀ ਦਾ, ਚੌਥੀ ਪਾਤਸ਼ਾਹੀ ਦਾ ਨਾਲ? ਉਹ ਸਾਧੂ ਮਿਲੇ ਸਨ। ਫਿਰ ਉਹਨਾਂ ਦਾ ਇਹ ਜੀਵਨ ਕੱਤਕ ਮਹੀਨਾ ਸਫਲ ਹੋਇਆ ਦੁਨੀਆ ਦੇ ਵਿੱਚ ਆਉਣ ਦਾ। ਅੱਜ ਉਹਨਾਂ ਮਹਾਂਪੁਰਸ਼ਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ ਜਿਨ੍ਹਾਂ ਨਾਮ ਦੀ ਕਮਾਈ ਕੀਤੀ ਹੈ। ਨਾਮ ਨੇ ਹੀ ਸੰਤਾਂ ਮਹਾਂਪੁਰਸ਼ਾਂ ਦੀ ਵਡਿਆਈ ਕਰਾਈ ਹੈ। ਇਹ ਪੰਜਵੀਂ ਪਾਤਸ਼ਾਹ ਦੀ ਬਾਣੀ 12 ਮਾਹ ਸੀ, ਜੋ ਗੁਰੂ ਸਾਹਿਬ ਨੇ ਇਸ ਅੰਦਰ ਬਹੁਤ ਸੁੰਦਰ ਤਰੀਕੇ ਨਾਲ ਸਾਡਾ ਇਸ ਜੀਵਨ ਦਾ ਮਨੋਰਥ ਦੱਸਿਆ ਕਿ ਕਿਸ ਵਾਸਤੇ ਅਸੀਂ ਆਏ ਹਾਂ ਦੁਨੀਆ ਦੇ ਵਿੱਚ, ਅਸੀਂ ਕਿਹੜੇ ਕੰਮ ਵਿੱਚ ਆਏ ਸੀ ਔਰ ਕਿੱਥੇ ਅਸੀਂ ਲੱਗੇ ਹੋਏ ਹਾਂ। ਪ੍ਰਾਨੀ ਤੋਂ ਆਇਆ ਲਾਹਾ ਲੈਣ ਨੂੰ, ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ। ਦਿਨ ਕੱਟ ਰਿਹਾ ਰਾਤ ਕੱਟ ਰਿਹਾ, ਜਿਹੜੀਆਂ ਰਾਤਾਂ ਸਤਿਗੁਰੂ ਬਾਝ ਗੁਜ਼ਾਰੀਆਂ, ਮੁਜਰੇ ਨਹੀਂ ਰਾਤਾਂ ਆਉਣੀਆਂ। ਜਿਹੜੀਆਂ ਰਾਤਾਂ ਸਾਡੀ ਮਾਲਕ ਦੀ ਯਾਦ ਤੋਂ ਬਗੈਰ ਬੀਤ ਗਈਆਂ ਨੇ, ਭਜਨ ਸਿਮਰਨ ਤੋਂ ਬਗੈਰ ਲੰਘ ਗਈਆਂ ਨੇ, ਉਹ ਕਿਸੇ ਲੇਖੇ ਨਹੀਂ ਆਉਣੀਆਂ। ਲੇਖੇ ਉਹੋ ਹੀ ਰਾਤਾਂ ਪੈਣਗੀਆਂ ਜਿਨ੍ਹਾਂ ਰਾਤਾਂ ਵਿੱਚ ਬੈਠ ਕੇ ਅਸੀਂ ਯਾਦ ਕੀਤਾ ਮਾਲਿਕ ਨੂੰ। ਔਰ ਗੁਰੂ ਸਾਹਿਬ ਜੀ ਇਸ ਸ਼ਬਦ ਸਮਾਪਤ ਕਰਦੇ ਹੋਏ ਕੱਤਕ ਦਾ ਮਹੀਨਾ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ ਕਿ ਕੱਤਕ ਹੋਵੇ ਸਾਧ ਸੰਗ ਤੋਂ ਬਿਨਸੇ ਸਭੇ ਸੋਚ। ਇਸ ਮਨੁੱਖਾ ਜਨਮ ਵਿੱਚ ਸਾਨੂੰ ਐਸੇ ਸੰਤ ਮਹਾਂਪੁਰਸ਼ ਮਿਲ ਜਾਣ ਔਰ ਸਾਨੂੰ ਨਾਮ ਮਿਲ ਜਾਏ ਉਹਨਾਂ ਦੇ ਪਾਸੋਂ, ਅਸੀਂ ਉਹਨਾਂ ਦੇ ਕਹੇ ਤੇ ਚੱਲੀਏ ਤਾਂ ਸਾਡਾ ਵੀ ਇਹ ਮਹੀਨਾ ਜਿਹੜਾ ਹੈ ਇਹ ਮੁਬਾਰਕ ਹੋ ਸਕਦਾ ਹੈ। ਮਨੁੱਖਾ ਜਨਮ ਸਾਡਾ ਬਹੁਤ ਅੱਛਾ ਹੋਵੇਗਾ, ਬਹੁਤ ਹੀ ਸਾਡਾ ਸੋਹਣਾ ਜਨਮ ਹੋ ਜਾਏਗਾ। ਹਾਂਜੀ। ਨਾਨਕ ਕੋ ਪ੍ਰਭ ਰਾਖ ਲਿਓ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭ ਸੋਚ। ਕੱਤਕ ਦਾ ਮਹੀਨਾ ਮੰਗਲਵਾਰ ਦਿਨ, ਕੱਤਕ ਦਾ ਮਹੀਨਾ ਮੰਗਲਵਾਰ ਦਿਨ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਬਾਬਾ ਜੀ ਦੀ ਪਿਆਰੀ ਸਾਧ ਸੰਗਤ, ਆਪ ਸਭ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਬਹੁਤ ਬਹੁਤ ਅਰਾਧਾਸ।